ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਨੰਬਰ 1368 ਤੇ ਹੇਠੋਂ ਚੌਥੀ ਪੰਕਤੀ ਹੈ 81 ਨੰਬਰ ਤੋਂ ਬਾਅਦ। ਕਬੀਰ ਜਾਤ ਜੁਲਾਹਾ ਕਿਆ ਕਰੈ, ਹਿਰਦੈ ਬਸੇ ਗੋਪਾਲ। ਕਬੀਰ ਰਮਈਆ ਕੰਠ ਮਿਲ, ਚੂਕੇ ਸਰਬ ਜੰਜਾਲ। ਕਬੀਰ ਸਾਹਿਬ ਦੀ ਜਾਤ ਸੀ ਜੁਲਾਹਾ। ਕਹਿੰਦੇ ਮੇਰੀ ਜਾਤ ਜੁਲਾਹਾ ਹੈ, ਕਿਆ ਕਰੇ, ਇਹ ਮੇਰਾ ਕੀ ਵਿਗਾੜ ਸਕਦੀ ਹੈ। ਕਿਉਂਕਿ ਪੁਰਾਣੇ ਜ਼ਮਾਨੇ ਦੇ ਵਿੱਚ ਕਹਿੰਦੇ ਨਾਮ ਜਪਣ ਦਾ ਅਧਿਕਾਰ ਪੰਡਤਾਂ ਨੂੰ ਹੈ ਅਤੇ ਖਤਰੂ ਨੂੰ, ਹੋਰ ਕਿਸੇ ਨੂੰ ਨਾਮ ਜਪਣ ਦਾ ਅਧਿਕਾਰ ਨਹੀਂ ਹੈ। ਜਿਹੜੇ ਨੀਵੀਆਂ ਜਾਤੀਆਂ ਦੇ ਲੋਕ ਸਨ ਉਹਨਾਂ ਨੂੰ ਮੰਦਰਾਂ 'ਚ ਹੀ ਨਹੀਂ ਸੀ ਵੜਨ ਦਿੰਦੇ। ਭਜਨ ਬੰਦਗੀ ਤੋਂ ਨਾ ਵਿਚਾਰਾ ਕੀ ਕਰਨੇ ਸੀ, ਉਹਨਾਂ ਨੂੰ ਮੰਦਰਾਂ 'ਚ ਹੀ ਨਹੀਂ ਸਨ ਵੜਨ ਦਿੰਦੇ। ਅਤੇ ਲੋਕ ਫਿਰ ਕਿ ਲੱਗਾ ਜੁਲਾਹਾ ਨਾਮ ਜਪਣ। ਇਹ ਤਾਂ ਪੰਡਤਾਂ ਦਾ ਅਤੇ ਖੱਤਰੀਆਂ ਦਾ ਕੰਮ ਹੈ, ਜੁਲਾਹਿਆਂ ਦਾ ਕੀ ਕੰਮ ਹੈ ਨਾਮ ਜਪਣਾ। ਕਬੀਰ ਸਾਹਿਬ ਕਹਿੰਦੇ ਠੀਕ ਹੈ ਮੇਰੀ ਜਾਤ ਜੁਲਾਹਾ ਹੈ, ਪਰ ਇਹ ਜਾਤ ਮੇਰਾ ਕੀ ਕਰ ਸਕਦੀ ਹੈ। ਹਿਰਦੈ ਬਸੇ ਗੋਪਾਲ, ਕਿਉਂਕਿ ਪਰਮਾਤਮਾ ਮੇਰੇ ਹਿਰਦੇ 'ਚ ਵਸਦਾ। ਪਰਮਾਤਮਾ ਮੇਰੇ ਹਿਰਦੇ 'ਚ ਵਸਦਾ, ਇਸ ਲਈ ਜਾਤ ਮੇਰਾ ਕੁਛ ਨਹੀਂ ਵਿਗਾੜ ਸਕਦੀ। ਮੈਨੂੰ ਕੋਈ ਫਰਕ ਨਹੀਂ ਪੈਂਦਾ ਮੈਂ ਕਿਸ ਜਾਤ ਨਾਲ ਸੰਬੰਧ ਰੱਖਦਾ, ਕਿਉਂਕਿ ਸਮਾਂ ਪਾ ਕੇ ਮਨੁੱਖ ਦੀ ਕੀਮਤ ਫਿਰ ਨਾਮ ਨੇ ਪਾਉਣੀ। ਜਿਨ੍ਹਾਂ ਲੋਕਾਂ ਕੋਲ ਨਾਮ ਸੀ ਰਿਧੀਆਂ ਸਿੱਧੀਆਂ ਸਨ, ਕਿਸੇ ਨੇ ਉਹਨਾਂ ਦੀ ਜਾਤ ਨਹੀਂ ਵੇਖੀ। ਤੁਸੀਂ ਡਾਕਟਰ ਕੋਲ ਦਵਾਈ ਲੈਣ ਜਾਂਦੇ ਹੋ, ਇਹ ਕਦੇ ਨਹੀਂ ਪੁੱਛਦੇ ਡਾਕਟਰ ਕਿਹੜੀ ਜਾਤ ਦਾ ਹੈ। ਡਾਕਟਰ ਹੈ ਬਸ, ਉਹ 'ਚ ਗੁਣ ਹੈ। ਕਈ ਡਾਕਟਰ ਬੜੇ ਪ੍ਰਸਿੱਧ ਹੋ ਜਾਂਦੇ ਨੇ, ਅਗਲਾ ਕਹਿੰਦਾ ਫਲਾਣੇ ਕੋਲ ਜਾ ਉੱਥੇ ਠੀਕ ਹੋ ਜਾਏਗਾ ਤੂੰ। ਡਾਕਟਰ ਦਾ ਨਾਮ ਪ੍ਰਸਿੱਧ ਹੋ ਜਾਂਦਾ ਹੈ, ਜਾਤ ਦਾ ਹਰ ਇੱਕ ਨੂੰ ਪਤਾ ਨਹੀਂ ਹੁੰਦਾ। ਅੱਜ ਕਈ ਐਸੇ ਲੋਕ ਵੀ ਨੇ ਜਿਹੜੇ ਹੈਨ ਹਰੀਜਨ ਪਰ ਆਪਣੇ ਮਗਰ ਜਾਤ ਜੱਟ ਵਾਲੀ ਲਾਉਂਦੇ ਨੇ। ਜੱਟ ਵਾਲੀ ਲਾ ਦਿੰਦੇ, ਲੋਕਾਂ ਨੂੰ ਕਿਹੜਾ ਪਤਾ ਲੱਗਣਾ ਕੀ ਹੈ, ਕੌਣ ਹੈ ਕੌਣ ਨਹੀਂ। ਇਹਦਾ ਮਤਲਬ ਉਹ ਜੇ ਆਪਣੀ ਜਾਤ ਲੁਕਾਉਣ ਦੀ ਕੋਸ਼ਿਸ਼ ਕਰਦੇ ਨੇ। ਕਬੀਰ ਸਾਹਿਬ ਥਾਂ ਥਾਂ 'ਤੇ ਲਿਖਦੇ, ਮੈਂ ਤਾਂ ਕਹਿੰਦਾ ਜੁਲਾਹਾ। ਭਗਤ ਰਵਿਦਾਸ ਜੀ ਨੇ ਥਾਂ ਥਾਂ ਲਿਖੇ ਮੈਂ ਚਮਿਆਰ ਹਾਂ, ਥਾਂ 'ਤੇ ਲਿਖਿਆ। ਉਹਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਵੀ ਅਸੀਂ ਚਮਿਆਰ ਹਾਂ ਜੀ। ਭਗਤੀ ਕਰਨ ਕਰਕੇ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੋ ਗਈ। ਹੁਣ ਜਿਸ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਰਜ ਹੋ ਗਈ ਉਹ ਤਾਂ ਸਦਾ ਸਦਾ ਲਈ ਅਮਰ ਹੋ ਗਿਆ। ਜਿੰਨਾ ਚਿਰ ਸੰਸਾਰ 'ਚ ਇੱਕ ਵੀ ਸਿੱਖ ਰਹੇਗਾ ਇਹਨਾਂ ਲੋਕਾਂ ਦੇ ਨਾਮ ਰਹਿਣਗੇ ਗੁਰਬਾਣੀ। ਸੋ ਅਖੀਰ ਨੂੰ ਕੀਮਤ ਨਾਮ ਦੀ ਪੈਣੀ ਹੁੰਦੀ ਹੈ। ਹੁਣ ਛੋਟੇ ਛੋਟੇ ਬੱਚੇ ਨੇ ਸਤਯੁਗ ਦੇ, ਧਰੂਵ ਭਗਤ ਤੇ ਪ੍ਰਹਿਲਾਦ, ਦੁਨੀਆ ਜਾਣਦੀ ਉਹਨਾਂ ਨੂੰ, ਉਹਨਾਂ ਦੇ ਨਾਮ, ਕਿ ਉਹਨਾਂ ਨੇ ਨਾਮ ਜਪਿਆ। ਉਹਨਾਂ ਨੇ ਨਾਮ ਜਪਿਆ। ਨਾਮ ਨੇ ਹੀ ਮਨੁੱਖ ਨੂੰ ਅਮਰ ਕਰਨਾ ਹੈ। ਸੈਣ ਜਾਤ ਦੇ ਨਾਈ ਨੇ ਪਰ ਭਗਤ ਸਨ, ਇਸ ਲਈ ਉਹਨਾਂ ਦੀ ਬਾਣੀ ਸ਼੍ਰੀ ਗੁਰੂ ਗ੍ਰੰਥ ਦਰਜ ਹੋ ਗਈ, ਦਰਜ ਹੋ ਗਈ। ਸੋ ਕੀਮਤ ਬੰਦੇ ਦੀ ਨਾਮ ਜਪਣ ਕਾਰਨ ਪੈਂਦੀ ਹੈ। ਅਤੇ ਜਦੋਂ ਕੀਮਤ ਪੈਂਦੀ ਹੈ ਫਿਰ ਕੋਈ ਜਾਤ ਪਾਤ ਕੋਈ ਨਹੀਂ ਪੁੱਛਦਾ। ਪਰਮਾਤਮਾ ਦੇ ਦਰ 'ਤੇ ਜਾਤ ਪੁੱਛੀ ਨਹੀਂ ਜਾਂਦੇ। ਉਹ ਕਹਿੰਦੇ ਮੈਂ ਤਾਂ ਜਾਤ ਪਾਤ ਬਣਾਈ ਨਹੀਂ ਹੈ। ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਪਰਮਾਤਮਾ ਕਹਿੰਦੇ ਸਾਰੇ ਮੇਰੇ ਨੂਰ ਤੋਂ ਹੀ ਪੈਦਾ ਹੋਏ ਹੋਏ ਹਨ।
ਇਸ ਲਈ ਇਹ ਤਾਂ ਮਨੁੱਖ ਨੇ ਬਾਅਦ 'ਚ ਜਾਤਾਂ ਪਾਤਾਂ ਬਣਾਈਆਂ। ਫਿਰ ਹਜ਼ਾਰਾਂ ਸਾਲਾਂ ਦੇ ਵਿੱਚ ਉਹ ਜਾਤ ਪਾਤ ਪੱਕੀ ਹੋ ਗਈ, ਪੱਕੀ ਹੋ ਗਈ। ਬ੍ਰਾਹਮਣ ਦੇ ਘਰ ਬ੍ਰਾਹਮਣ ਪੈਦਾ ਹੋਣ ਲੱਗ ਪਿਆ, ਖੱਤਰੀ ਦੇ ਘਰ ਖੱਤਰੀ, ਜੱਟ ਦੇ ਘਰ ਜੱਟ, ਬਾਣੀ ਦੇ ਘਰ ਬਾਣੀ, ਸ਼ੂਦਰ ਦੇ ਘਰ ਸ਼ੂਦਰ ਪੈਦਾ ਹੋਣ ਲੱਗ। ਹੁਣ ਇਹ ਬ੍ਰਾਹਮਣ ਹੈ ਜੋ ਜੁੱਤੀਆਂ ਵੇਚਣ ਦਾ ਕੰਮ ਕਰਦਾ ਹੈ, ਫਿਰ ਵੀ ਉਹ ਬ੍ਰਾਹਮਣ ਹੀ ਹੈ। ਹਾਲਾਂਕਿ ਉਹਦੇ ਚਮੈਰ ਹੋਣਾ ਚਾਹੀਦਾ ਹਨ। ਜੁੱਤੀਆਂ ਵੇਚਣ ਦਾ ਕੰਮ ਕਰਦਾ, ਬਥੇਰੇ ਨੇ ਪੰਡਤਾਂ ਨੇ ਸ਼ੂ ਹਾਊਸ ਖੋਲ੍ਹੇ ਹੋਏ ਨੇ, ਜੁੱਤੀਆਂ ਵੇਚਦੇ ਨੇ। ਹੁਣ ਇੱਕ ਚਮਿਆਰ ਜਿਹੜਾ ਹੈ ਟੀਚਰ ਲੱਗ ਜਾਂਦਾ, ਧਾਰਮਿਕ ਟੀਚਰ ਲੱਗ ਜਾਂਦਾ, ਵਿੱਦਿਆ ਦਿੰਦਾ ਹੈ। ਉਹਨੂੰ ਬ੍ਰਾਹਮਣ ਕਹਿਣਾ ਚਾਹੀਦਾ ਜੇ ਇਸ ਪੁਆਇੰਟ ਤੋਂ ਲਈਏ, ਪਰ ਨਹੀਂ, ਜਾਤ ਪਾਤ ਇਤਨੀ ਪੱਕੀ ਹੋ ਗਈ ਹੈ। ਸੋ ਇਸ ਲਈ ਕਬੀਰ ਸਾਹਿਬ ਨੂੰ ਵੀ ਮਖੌਲ ਕਰਦੇ ਹੋਣਗੇ, ਜੁਲਾਹਾ ਜਿਹਾ ਕਰਦਾ ਕੀ ਹੈ, ਲੱਗੇ ਰਾਮ ਰਾਮ ਕਰਨ। ਕਿਉਂਕਿ ਸਾਡੇ ਇੱਕ ਵਿਚਾਰ ਬਣ ਗਏ ਹੁੰਦੇ ਨੇ, ਮਾਂ ਪਿਓ ਤੋਂ ਅੱਗੇ ਤੋਂ ਸਾਡੇ ਉਹ ਵਿਚਾਰ ਬਣਦੇ, ਉਹ ਅੱਗੇ ਅੱਗੇ ਚੱਲੀ ਜਾਂਦੇ ਨੇ। ਮਾਂ ਪਿਓ ਦੇ ਜੋ ਵਿਚਾਰ ਨੇ ਉਹ ਭਾਵੇਂ ਠੀਕ ਨੇ ਗਲਤ ਨੇ, ਉਹ ਬੱਚਿਆਂ ਦੇ ਵਿੱਚ ਪੈਦਾ ਕਰਨਾ ਚਾਹੁੰਦੇ ਹਨ। ਉਹ ਵਿਚਾਰ ਬੱਚਿਆਂ 'ਚ ਵੀ ਪੈਦਾ ਕਰ ਦਿੰਦੇ ਹਨ। ਹਾਲਾਂਕਿ ਮੈਂ ਦੇਖਿਆ ਬੱਚਿਆਂ 'ਚ ਕੋਈ ਜਾਤ ਪਾਤ ਨਹੀਂ ਹੁੰਦੀ, ਕੋਈ ਧਰਮ ਦਾ ਵਖਰੇਵਾਂ ਨਹੀਂ ਹੁੰਦਾ, ਉਹ ਇਕੱਠੇ ਹੀ ਖੇਡ ਰਹੇ ਹੁੰਦੇ ਨੇ, ਖਾ ਪੀ ਰਹੇ ਹੁੰਦੇ ਨੇ। ਅਸੀਂ ਜਿਹੜੇ ਵੱਡੇ ਲੋਕ ਆ ਉਹਨਾਂ ਦੇ ਦਿਮਾਗ 'ਚ ਭਰਦੇ ਹਾਂ, ਅਸੀਂ ਉਹਨਾਂ ਦੇ ਦਿਮਾਗ 'ਚ ਭਰਦੇ ਹਾਂ ਵੀ ਤੂੰ ਬ੍ਰਾਹਮਣ ਹੈ, ਤੂੰ ਖੱਤਰੀ ਹੈ, ਤੂੰ ਵੈਸ਼ ਹੈ, ਤੂੰ ਫਲਾਣਾ ਹੈ। ਬੱਚੇ ਕੁਛ ਨਹੀਂ ਹੁੰਦਾ। ਮੈਂ ਦੇਖਿਆ ਅਗਰ ਬੱਚਿਆਂ ਨੂੰ ਕੁਛ ਵੀ ਨਾ ਦੱਸਿਆ ਜਾਏ ਤੂੰ ਕੌਣ ਹੈ, ਬੜਾ ਵਧੀਆ ਰਹੇਗਾ, ਬੜਾ ਬੰਦਿਆਂ ਦਾ ਆਪਸੀ ਪਿਆਰ ਹੋਵੇਗਾ। ਕਈ ਮਾਂ ਪਿਓ ਜਿਹੜੇ ਨੇ ਬੜੇ ਖੁੱਲ੍ਹ ਦਿਲੇ ਹੁੰਦੇ ਨੇ, ਬੱਚੇ ਖੇਡ ਰਹੇ ਨੇ, ਇਕੱਠੇ ਪੜ੍ਹ ਰਹੇ ਨੇ, ਇਕੱਠੇ ਖਾ ਪੀ ਰਹੇ ਨੇ, ਅੱਡ ਅੱਡ ਜਾਤਾਂ ਦੇ ਨੇ, ਉੱਚੀ ਨੀਵੀਂ ਜਾਤਾਂ ਦੇ ਨੇ, ਉਹ ਕੁਛ ਨਹੀਂ ਕਹਿੰਦੇ, ਉਹ ਕਹਿੰਦੇ ਠੀਕ ਹੈ ਦੋਸਤ ਨੇ। ਹੁਣ ਸਭ ਤੋਂ ਪਹਿਲਾਂ ਮੇਰਾ ਦੋਸਤ ਬਚਪਨ ਦਾ ਡਕੌਂਤ ਸੀ, ਆ ਜਿਹੜੇ ਤੇਲ ਮੰਗਦੇ ਹੁੰਦੇ ਨੇ, ਇਹ ਮੇਰਾ ਪਹਿਲਾ ਦੋਸਤ ਸੀ। ਅਸੀਂ ਇਕੱਠੇ ਪੜ੍ਹਿਆ ਕਰਦੇ ਸੀ, ਕਦੇ ਸਾਡੇ ਘਰ, ਕਦੇ ਮੈਂ ਉਹਨਾਂ ਦੇ ਘਰ ਚਲੇ ਜਾਣਾ। ਫਿਰ ਮੇਰਾ ਦੋਸਤ ਬਾਅਦ 'ਚ ਬਣਿਆ, ਫਿਰ ਬ੍ਰਾਹਮਣ ਬਣਿਆ। ਉਹ ਤਾਂ ਡਕੌਂਤ ਸੀ, ਬ੍ਰਾਹਮਣਾਂ ਜੀ ਇੱਕ ਨੀਵੀਂ ਜਾਤ ਗਿਣੀ ਹੈ ਡਕੌਂਤਾਂ ਦੀ। ਫਿਰ ਬ੍ਰਾਹਮਣ ਮੇਰਾ ਦੋਸਤ ਬਣੇ, ਉਹ ਤੋਂ ਬਾਅਦ ਫਿਰ ਬਾਣੀ ਇੱਕ ਮੇਰਾ ਦੋਸਤ ਬਣੇ, ਚੌਥਾ ਜੱਟ ਜਾ ਕੇ ਮੇਰਾ ਦੋਸਤ ਬਣੇ। ਜੱਟ ਦਾ ਜਿਹੜਾ ਜੱਟ ਦੋਸਤ ਹੈ ਉਹ ਤਾਂ ਬਹੁਤ ਦੇਰ ਬਾਅਦ ਜਾ ਕੇ ਬਣਿਆ। ਸਾਡੇ ਮਾਂ ਪਿਓ ਨੇ ਕਦੇ ਗੱਲ ਹੀ ਨਹੀਂ ਸੀ ਕੀਤੀ ਵੀ ਕੀ ਤੂੰ ਡਕੌਂਤਾਂ ਦੇ ਮੁੰਡੇ ਨਾਲ ਪੜ੍ਹੀ ਜਾਂਦਾ ਸਾਨੂੰ, ਕੋਈ ਨਾ। ਉਸ ਤੇਰੇ ਪਿਆਰ ਕਦੇ ਮਾਂ ਪਿਓ ਜਦੋਂ ਸਾਡੇ ਘਰ ਹੁੰਦਾ ਸੀ ਮੈਂ ਉਹਨਾਂ 'ਚ ਜਾਂਦਾ ਸੀ, ਨਾ ਸੋਚਿਆ ਵੀ ਨਹੀਂ ਸੀ ਕਦੇ ਮੈਂ ਜੱਟ ਅਤੇ ਡਕੌਂਤ ਹੈ। ਹੌਲੀ ਹੌਲੀ ਜੋ ਵੱਡੇ ਹੋਈ ਗਏ ਫਿਰ ਇਹ ਜਾਤਾਂ ਪਾਤਾਂ ਦਾ ਪਤਾ ਲੱਗਣ ਲੱਗ ਪਿਆ। ਸੋ ਇਸ ਲਈ ਇਹ ਤਾਂ ਨਾਲੇ 600 ਸਾਲ ਪਹਿਲਾਂ ਦੀ ਗੱਲ ਹੈ। ਭਜਨ ਬੰਦਗੀ ਕਰ ਲੈਣ ਤਾਂ ਹੁਣ ਵੀ ਮਖੌਲ ਕਰਦੇ ਨੇ, ਇਹ ਵਿਹਲੇ ਨੇ ਜੀ, ਲੱਗੇ ਰਾਮ ਰਾਮ ਕਰਨ। ਇਹਨਾਂ ਨਾ ਵਿਹਲੇ ਹੀ ਦੱਸਦੇ ਨੇ, ਜਦ ਭਜਨ ਬੰਦਗੀ ਕਰੇ ਨਾ ਕਹਿੰਦੇ ਇਹ ਤਾਂ ਵਿਹਲੜ ਹੈ ਜੀ। ਹਾਲਾਂਕਿ ਇਹ ਨਹੀਂ ਪਤਾ ਗੁਰਬਾਣੀ ਅਨੁਸਾਰ ਸਭ ਤੋਂ ਔਖਾ ਕੰਮ ਭਜਨ ਬੰਦਗੀ ਕਰਨਾ। ਇਹ ਬੰਦਾ 15 ਘੰਟੇ ਪੈਸੇ ਦੀ ਖਾਤਰ ਕੰਮ ਕਰਦਾ ਰਹਿੰਦਾ। ਜਿਹਨੂੰ ਕਹੋ ਬਾਣੀ ਪੜ੍ਹ ਤੈਨੂੰ ਪੈਸਾ ਮਿਲੇਗਾ, ਪਰ ਤੈਨੂੰ ਵਿਸ਼ਵਾਸ ਹੀ ਨਹੀਂ ਆਉਂਦਾ। ਲੈ ਬਾਣੀ ਨਾਲ ਕਿਵੇਂ ਪੈਸਾ ਮਿਲੇਗਾ, ਨਾਮ ਨਾਲ ਕਿਵੇਂ ਪੈਸਾ ਮਿਲੇਗਾ। ਉਹਨੂੰ ਇਹ ਨਹੀਂ ਪਤਾ ਵੀ ਨਾਮ ਧਨ ਤੇ ਇੱਕ ਐਸਾ ਖਜ਼ਾਨਾ ਕਿ ਕਿਸੇ ਚੀਜ਼ ਦੀ ਕਮੀ ਨਹੀਂ ਰਹਿੰਦੀ ਨਾਮ ਜਪਣ ਵਾਲੇ ਤਾਂ। ਸੋ ਇਸ ਲਈ ਕਬੀਰ ਜਾਤ ਜੁਲਾਹਾ ਕਿਆ ਕਰੈ, ਹਿਰਦੈ ਬਸੇ ਗੋਪਾਲ। ਕਦੇ ਮੇਰੀ ਜਾਤ ਜੁਲਾਹਾ ਮੇਰਾ ਕੁਛ ਨਹੀਂ ਵਿਗਾੜ ਸਕਦੀ, ਕਿਉਂਕਿ ਮੇਰੇ ਹਿਰਦੇ ਪਰਮਾਤਮਾ ਵਸ ਗਿਆ ਹੈ। ਕਬੀਰ ਰਮਈਆ ਕੰਠ ਮਿਲ ਚੁਕੈ ਸਰਬ ਜੰਜਾਲ। ਰਮਈਆ ਪਰਮਾਤਮਾ ਨੂੰ ਕਹਿੰਦੇ ਨੇ। ਰਮਈਆ ਹਿੰਦੀ ਦਾ ਸ਼ਬਦ ਹੈ, ਸ਼ਬਦੀ ਅਰਥ ਹੈ ਰਮਈਆ, ਰਮਿਆ ਹੋਇਆ, ਜਿਹੜਾ ਸਾਰਿਆਂ ਦੇ ਵਿੱਚ ਵਸਦਾ ਹੈ ਉਹਨੂੰ ਰਾਮ ਕਹਿੰਦੇ ਨੇ ਜਾਂ ਰਮਈਆ ਕਹਿੰਦੇ ਨੇ।
ਰਾਮ ਵੀ ਕਹਿੰਦੇ ਨੇ, ਜਿਹੜਾ ਸਾਰਿਆਂ ਦੇ ਵਿੱਚ ਰਮਿਆ ਹੋਇਆ ਹੈ। ਰਮਈਆ ਵੀ ਕਹਿੰਦੇ ਨੇ, ਜਿਹੜਾ ਸਾਰਿਆਂ ਦੇ ਰਮਿਆ, ਜਿਹੜਾ ਸਭ ਦੇ ਵਿੱਚ ਵਸਦਾ ਹੈ। ਪਰਮਾਤਮਾ ਕੰਠ ਹੁੰਦਾ ਗਲ। ਕਬੀਰ ਸਾਹਿਬ ਕਹਿੰਦੇ ਤੂੰ ਪਰਮਾਤਮਾ ਨੂੰ ਗਲ ਲਾ ਕੇ ਮਿਲ, ਚੁੱਕੇ ਸਰਬ ਜੰਜਾਲ। ਪਰਮਾਤਮਾ ਤਾਂ ਸਾਨੂੰ ਆਪਣੇ ਗਲ ਨਾਲ ਲਾਉਣ ਨੂੰ ਤਿਆਰ ਹੈ, ਅਸੀਂ ਹੀ ਲੱਗਣ ਨੂੰ ਤਿਆਰ ਨਹੀਂ। ਪ੍ਰੋਬਲਮ ਤਾਂ ਹੈ ਮੀਆਂ ਬੀਬੀ ਦੀ ਆਪਸ 'ਚ ਬਣਦੀ ਨਹੀਂ ਸੀ। ਇਹ ਨਾ ਫਾਰਸੀ ਦੇ ਸ਼ਬਦ ਹੈ, ਮੀਆਂ ਬੀਬੀ। ਮੀਆਂ ਪਤੀ ਨੂੰ ਕਹਿੰਦੇ ਨੇ, ਬੀਬੀ ਪਤਨੀ ਨੂੰ ਕਹਿੰਦੇ ਫਾਰਸੀ 'ਚ। ਆਮ ਘਰ ਆਪਾਂ ਵਰਤਦੇ ਹਾਂ ਮੀਆਂ ਬੀਬੀ, ਹਸਬੈਂਡ ਵਾਈਫ। ਜਿਵੇਂ ਹੁਣ ਅੰਗਰੇਜ਼ੀ ਪ੍ਰਚਲਿਤ ਹੋ ਗਈ, ਆਮ ਲੋਕ ਇਹ ਹਸਬੈਂਡ ਵਾਈਫ ਨੇ ਜੀ, ਪਤੀ ਪਤਨੀ। ਸੁਣਾ ਰਿਹਾ ਸੀ ਕਹਿੰਦੇ ਪਰਮਾਤਮਾ ਤੇ ਮਿਲਣਾ ਚਾਹੁੰਦਾ ਸਾਨੂੰ, ਅਸੀਂ ਹੀ ਪਰਮਾਤਮਾ ਨੂੰ ਨਹੀਂ ਮਿਲਣਾ ਚਾਹੁੰਦੇ। ਅਸਲ ਚਾਹ ਹੈ ਅਸੀਂ ਹੀ ਨਹੀਂ ਮਿਲਣਾ ਚਾਹੁੰਦੇ। ਉਹ ਤਾਂ ਮਿਲਣਾ ਚਾਹੁੰਦਾ, ਉਹ ਤਾਂ ਸਾਡੇ ਵਿੱਚ ਹੀ ਹੈ, ਉਹ ਤਾਂ ਸਾਡੇ ਅੰਦਰ ਹੀ ਹੈ। ਉਹ ਤਾਂ ਸਾਡੇ ਅੰਦਰ ਹੀ ਹੈ, ਸਿਰਫ ਅਸੀਂ ਉਹਨੂੰ ਮਿਲਣਾ ਹੀ ਨਹੀਂ ਚਾਹੁੰਦੇ। ਕੋਈ ਵਿਰਲਾ ਟਾਵੇਂ ਲੱਖਾਂ ਮਗਰ ਇੱਕ ਬੰਦਾ ਕੋਈ, ਜਿਹੜੇ ਭਜਨ ਬੰਦਗੀ ਕਰਦੇ ਨੇ ਲੋਕ, ਉਹਨਾਂ 'ਚ ਕੋਈ ਲੱਖਾਂ ਮਗਰ ਇੱਕ ਹੈ ਕੋਈ ਜਿਹੜਾ ਪਰਮਾਤਮਾ ਨੂੰ ਮਿਲਣਾ ਚਾਹੁੰਦਾ। ਨਹੀਂ ਤਾਂ ਭਜਨ ਬੰਦਗੀ ਕਰਨ ਵਾਲੇ ਵੀ ਪਰਮਾਤਮਾ ਨੂੰ ਨਹੀਂ ਮਿਲਣਾ ਚਾਹੁੰਦੇ। ਉਹ ਵੀ ਪਰਮਾਤਮਾ ਤੋਂ ਚੀਜ਼ਾਂ ਹੀ ਮੰਗੀ ਜਾਂਦੇ ਨੇ। ਦੇਖਣ ਨੂੰ ਐਂ ਲੱਗਦੇ ਧਾਰਮਿਕ ਨੇ, ਦੇਖਣ ਨੂੰ ਐਂ ਲੱਗਦਾ ਧਾਰਮਿਕ ਨੇ। ਤੁਸੀਂ ਗੁਰੂ ਤੋਂ ਮੰਗਿਆ ਕੀ? ਸੰਸਾਰ ਮੰਗਿਆ। ਤੁਸੀਂ ਸੰਸਾਰੀ ਹੋ, ਠੀਕ ਹੈ। ਸ਼ਕਲ ਸੂਰਤ ਤੋਂ ਕੱਪੜਾ ਤੁਸੀਂ ਧਾਰਮਿਕ ਹੋ, ਵੈਸੇ ਤੁਸੀਂ ਸੰਸਾਰੀ ਹੋ। ਕਿਉਂਕਿ ਜੋ ਕੁਛ ਅਸੀਂ ਮੰਗ ਰਹੇ ਉੱਥੇ ਪਤਾ ਲੱਗਦਾ ਅਸੀਂ ਕੀ ਹਾਂ। ਅਸੀਂ ਕੀ ਹਾਂ, ਸਾਡੀ ਮੰਗ ਤੋਂ ਪਤਾ ਲੱਗਦਾ ਅਸੀਂ ਕੀ ਹਾਂ। ਕਈ ਵਾਰੀ 70 ਸਾਲ ਦਾ ਬੰਦਾ ਜਿਹੜਾ ਬੱਚਾ ਹੁੰਦਾ, ਜੇ ਬੱਚੇ ਛੋਟੀ ਛੋਟੀ ਚੀਜ਼ਾਂ ਮਾਂ ਪਿਓ ਤੋਂ ਮੰਗਦੇ ਨਾ, ਮੈਨੂੰ ਆ ਬੁਲਬੁਲਾ ਲੈ ਦਿਓ, ਬੈਲੂਨ ਲੈ ਦਿਓ, ਇਹੋ ਛੋਟੀ ਛੋਟੀ ਚੀਜ਼ ਮੰਗਦੇ। 70 ਸਾਲ ਦੇ ਬੰਦੇ ਵੀ ਗੁਰਦੁਆਰੇ ਜਾ ਕੇ ਛੋਟੀ ਛੋਟੀ ਚੀਜ਼ਾਂ ਰੱਬ ਤੋਂ ਮੰਗੀ ਜਾਂਦੇ ਨੇ। ਉਹਨਾਂ ਦੀ ਸੋਚ ਬੱਚਿਆਂ ਵਾਲੀ ਹੀ ਹੈ, ਅਜੇ ਬੰਦਿਆਂ ਵਾਲੀ ਤਾਂ ਹੋਈ ਹੀ ਨਹੀਂ ਹੈ। ਇੱਕ ਬੱਚੇ ਦੀ ਸੋਚ ਬੁੱਢਿਆਂ ਵਾਲੀ ਸੀ। ਗੁਰੂ ਨਾਨਕ ਦੇਵ ਨੂੰ ਇੱਕੋ ਹੀ ਬੱਚਾ ਮਿਲਿਆ ਜਿਸ ਦੀ ਸੋਚ ਬੁੱਢਿਆਂ ਵਾਲੀ ਸੀ। ਅਤੇ ਗੁਰੂ ਨਾਨਕ ਦੇਵ ਨੂੰ ਪੁੱਛਿਆ ਤੇਰਾ ਕੀ ਨਾਂ ਹੈ? ਕਹਿੰਦਾ ਮੇਰਾ ਨਾਂ ਜੀ ਬੂੜਾ। ਗੁਰੂ ਨਾਨਕ ਦੇਵ ਕਹਿੰਦੇ ਤੂੰ ਤਾਂ ਗੱਲਾਂ ਤਾਂ ਬੁੱਢੇ ਵਾਲੀ ਕਰਦਾ। ਅਤੇ ਬਸ ਉਹਦਾ ਫਿਰ ਪਹਿਲਾਂ ਬੁੱਢਾ ਨਾਮ ਪੈ ਗਿਆ, ਫਿਰ ਬਾਬਾ ਬੁੱਢਾ ਜੀ ਹੋ ਗਿਆ, ਬੁੱਢਾ ਸਾਹਿਬ ਹੋ ਗਿਆ। ਉਹ ਬਚਪਨ ਦੇ ਵਿੱਚ ਹੀ ਬੁੱਢੇ ਸਨ, ਦੇਖਣ ਨੂੰ ਬੁੱਢੇ ਨਹੀਂ ਸਨ, ਦੇਖਣ ਨੂੰ ਤਾਂ ਬੱਚੇ ਹੀ ਸਨ। ਪਰ ਜਿਹੜੀ ਸੋਚ ਸੀ ਉਹ ਬਜ਼ੁਰਗ ਵਾਲੀ ਸੀ। ਅਤੇ ਕਈ ਬਜ਼ੁਰਗਾਂ ਦੀ ਸੋਚ ਐਵੇਂ ਬੱਚਿਆਂ ਵਾਲੀ ਹੁੰਦੀ ਹੈ। ਲੱਗੇ ਕੀ ਯਾਰ ਤੂੰ ਬਚਗਾਨਾ ਗੱਲਾਂ ਕਰਦਾ। ਗੱਲਾਂ ਬਾਤਾਂ ਤੋਂ ਵੀ ਪਤਾ ਲੱਗਦਾ ਬੰਦੇ ਦੇ ਕਿ ਇਹ ਬੱਚਾ ਹੈ ਜੇ ਕਿ ਬੁੱਢਾ ਹੈ। ਕਿਉਂਕਿ ਬੁੱਢੇ ਦੀਆਂ ਗੱਲਾਂ ਹੋਰ ਹੁੰਦੀਆਂ, ਬੱਚੇ ਦੀਆਂ ਗੱਲਾਂ ਹੋਰ ਹੁੰਦੀਆਂ। ਅਤੇ ਜਦੋਂ ਬੁੱਢਾ ਬੱਚਿਆਂ ਵਾਂਗੂ ਗੱਲਾਂ ਕਰੇ ਤਾਂ ਫਿਰ ਬੁੱਢਾ ਨਹੀਂ ਹੁੰਦਾ, ਫਿਰ ਤਾਂ ਬੱਚਾ ਹੀ ਹੋਇਆ। ਅਤੇ ਜੇ ਕੋਈ ਬੱਚਾ ਬੁੱਢਿਆਂ ਵਾਂਗੂ ਗੱਲਾਂ ਕਰੇ ਫਿਰ ਬੱਚਾ ਨਹੀਂ, ਫਿਰ ਤਾਂ ਬੁੱਢਾ ਹੋਇਆ। ਦੇਖਣ ਨੂੰ ਭਾਵੇਂ ਬੱਚਾ ਹੋ। ਇਸ ਲਈ ਕਹਿੰਦੇ ਕਬੀਰ ਤੂੰ ਪਰਮਾਤਮਾ ਨੂੰ ਗਲ ਲਾ ਕੇ ਮਿਲ, ਫਿਰ ਕੀ ਹੋਏਗਾ? ਚੁੱਕੇ ਸਰਬ ਜੰਜਾਲ, ਤੇਰੇ ਸਾਰੇ ਝੰਜਟ ਖਤਮ ਹੋ ਜਾਣੇ। ਚੁੱਕੇ ਹੁੰਦਾ ਖਤਮ ਹੋ ਜਾਣਾ। ਸਰਬ ਸਾਰੇ ਜੰਜਾਲ, ਝੰਜਟ ਜਿਹੜੇ ਸੰਸਾਰਕ ਝੰਜਟ ਨੇ। ਅੱਜ ਮਨੁੱਖ ਸੰਸਾਰਕ ਝੰਜਟਾਂ 'ਚ ਫਸਿਆ ਹੋਇਆ, ਇਹ ਵਿਅਰਥ ਦੇ ਕੰਮਾਂ 'ਚ ਲੱਗਿਆ ਹੋਇਆ ਹੈ। ਕੰਮ ਤਾਂ ਥੋੜ੍ਹੇ ਜਿਹੇ ਹੀ ਨੇ, ਪਰ ਇਹ ਵਿਅਰਥਾਂ ਦੇ ਕੰਮ, ਵਿਅਰਥ ਕੰਮ ਕਰਦੇ, ਇਸ ਲਈ ਵਕਤ ਨੂੰ ਫੜਿਆ ਰਹਿੰਦਾ। ਇਸ ਲਈ ਵਕਤ ਨੂੰ ਫੜਿਆ ਰਹਿੰਦਾ। ਮੈਂ ਬਹੁਤ ਸਾਰੇ ਲੋਕ ਵਕਤ ਨੂੰ ਫੜੇ ਹੋਏ ਨੇ। ਕਿਉਂ? ਉਹ ਕੰਮ ਨਹੀਂ ਕਰਦੇ। ਜੋ ਕੰਮ ਕਰਨੇ ਚਾਹੁੰਦੇ ਨੇ ਉਹ ਚਾਹੀਦੇ ਉਹ ਕਰਦੇ ਨਹੀਂ।
ਉਹ ਪੁੱਠੇ ਕੰਮ ਕਰਦੇ ਨੇ, ਇਸੇ ਝੰਜਟ ਰਹਿੰਦੇ ਨੇ। ਚੋਰੀ ਕਰ ਲਈ, ਡਾਕੇ ਮਾਰ ਲਏ, ਠੱਗੀਆਂ ਕਰ ਲਈਆਂ, ਮਿਲਾਵਟਾਂ ਕਰ ਲਈਆਂ, ਧੋਖਾਧੜੀ ਕਰ ਲਈ, ਰਿਸ਼ਵਤਾਂ ਲੈ ਲਈਆਂ, ਘਪਲੇ ਕੀਤੇ, ਨਸ਼ੇ ਕੀਤੇ, ਨਸ਼ੇ ਵੇਚੇ, ਬਦਫੈਲੀਆਂ ਕੀਤੀਆਂ, ਫਿਰ ਝੰਜਟ ਹੀ ਖੜ੍ਹੇ ਹੋਣਗੇ ਨਾ, ਮੁਸੀਬਤਾਂ ਹੀ ਖੜ੍ਹੀਆਂ ਹੋਣਗੀਆਂ ਨਾ। ਸੋ ਜਦੋਂ ਅਸੀਂ ਪਰਮਾਤਮਾ ਨੂੰ ਮਿਲਾਂਗੇ, ਜੀਵਨ ਬਿਲਕੁਲ ਸਰਲ ਹੋ ਜਾਏਗਾ, ਸਾਰੇ ਝੰਜਟ ਤੇਰੇ ਖਤਮ ਹੋ ਜਾਣਗੇ। ਸੋ ਵੱਧ ਤੋਂ ਵੱਧ ਨਾਮ ਜਪਣਾ ਚਾਹੀਦਾ। ਜਿਉਂ-ਜਿਉਂ ਤੁਸੀਂ ਨਾਮ ਜਪੀ ਜਾਓਗੇ, ਤੁਹਾਡੇ ਵਿਅਰਥ ਦੇ ਕੰਮ ਆਪੇ ਹੀ ਖਤਮ ਹੋ ਜਾਣਗੇ। ਜੋ ਸਹੀ ਕਰਮ ਨੇ ਬਸ ਉਹ ਰਹਿ ਜਾਣਗੇ। ਅਤੇ ਜਦ ਅਸੀਂ ਸਹੀ ਕਰਮ ਕਰਾਂਗੇ ਤਾਂ ਅਸੀਂ ਦੁਖੀ ਹੋਵਾਂਗੇ ਹੀ ਨਹੀਂ। ਦੁਖੀ ਤਾਂ ਉਹ ਲੋਕ ਹੁੰਦੇ ਨੇ ਜਿਹੜੇ ਪੁੱਠੇ ਕੰਮ ਕਰਦੇ ਨੇ। ਕੰਮ ਹੀ ਸਿੱਧੇ ਕਰੋ। ਤੁਹਾਡੇ ਕਹਿੰਦੇ ਜੇ ਤੁਸੀਂ ਪਰਮਾਤਮਾ ਨੂੰ ਮਿਲ ਪਾਓਗੇ ਨਾ, ਤੁਹਾਡੇ ਸਾਰੇ ਝੰਜਟ ਖਤਮ ਹੋ ਜਾਣਗੇ। ਅਤੇ ਉਹ ਪਰਮਾਤਮਾ ਨੂੰ ਕੌਣ ਮਿਲ ਸਕਦਾ? ਜਿਹਦੀ ਪਰਮਾਤਮਾ ਨੂੰ ਮਿਲਣ ਦੀ ਇੱਛਾ ਹੋਵੇ। ਇੱਛਾ ਹੀ ਨਹੀਂ ਹੈ ਪਰਮਾਤਮਾ ਨੂੰ ਮਿਲਣ ਦੀ। ਤਾਂ ਮੈਂ ਦੇਖਿਆ ਲੱਖਾਂ ਬੰਦਿਆਂ ਮਗਰ ਕਿਸੇ ਇੱਕ ਦੀ ਇੱਛਾ ਹੈ। ਨਹੀਂ ਤਾਂ ਆਪਾਂ ਸਾਰੇ ਜਿੰਨੇ ਵੀ ਮੈਂ ਦੇਖੇ ਰੱਬ ਤੋਂ ਸੰਸਾਰਿਕ ਚੀਜ਼ਾਂ ਮੰਗ ਰਹੇ ਹੁੰਦੇ ਨੇ, ਸੰਸਾਰਿਕ ਚੀਜ਼ਾਂ ਮੰਗ ਰਹੇ। ਇੱਕ ਕੀਰਤਨੀ ਮੇਰੇ ਕੋਲ ਆਇਆ, ਬਾਬਾ ਜੀ ਮੇਰਾ ਫੋਰਨ ਦਾ ਟੂਰ ਲੱਗ ਜੇ। ਮੈਂ ਕਿਉਂ? ਕਹਿੰਦੇ ਜੀ ਮੈਂ ਆਪਣੀ ਕੁੜੀ ਵਿਆਹਣੀ ਹੈ, ਪਰ ਉਹ 'ਤੇ ਜਰਾ ਵਾਹਵਾ ਪੈਸੇ ਮਿਲਦੇ ਨੇ, ਆ ਕੇ ਕੁੜੀ ਵਿਆਹ ਲਾਂਗੇ। ਮੈਂ ਲੱਗ ਜਾਏਗਾ, ਜਾ ਆਇਆ। ਕਹਿੰਦਾ ਜੀ ਮਿਲ ਗਏ ਪੈਸੇ, ਇੱਕ ਕੁੜੀ ਵਿਆਹਤੀ। ਕਹਿੰਦੇ ਬਸ ਇੱਕ ਹੋਰ ਵਿਆਹੁਣ ਵਾਲੀ ਹੈ ਜੀ, ਬਸ ਕਿਰਪਾ ਕਰਦੇ ਦੂਜਾ ਟੂਰ ਵੀ ਲੱਗ ਜੇ। ਆਪਣੇ ਮਨੋਂ ਤੇ ਧਰਮ ਦਾ ਪ੍ਰਚਾਰ ਕਰਨ ਗਏ ਨਾ ਬਾਹਰਲੇ ਦੇਸ਼ਾਂ 'ਚ। ਉਦੇਸ਼ ਕੀ ਹੈ? ਕੁੜੀ ਵਿਆਹੁਣੀ ਹੈ, ਮਾਇਆ ਚਾਹੀਦੀ ਹੈ, ਰੱਬ ਰੁੱਬ ਨਹੀਂ ਕਿਸੇ ਨੂੰ ਚਾਹੀਦਾ। ਐਵੇਂ ਝੂਠ ਬੋਲਦੇ। ਉਹ ਕਿਸੇ ਨੂੰ ਚਾਹੀਦਾ, ਅਤੇ ਇਸ ਲਈ ਕੋਈ ਬ੍ਰਹਮ ਗਿਆਨੀ ਹੁੰਦਾ ਬਸ। ਬਾਕੀ ਦੇ ਸਾਰੇ ਜਿਹੜੇ ਨੇ ਪਾਠਕਾਰ ਹੈ, ਕੀਰਤਨਕਾਰ ਨੇ, ਕਥਾਕਾਰ ਨੇ, ਦੀਵਾਨ ਲਾ ਰਹੇ ਨੇ, ਮੁੱਖ ਉਦੇਸ਼ ਮਾਇਆ ਹੈ। ਕਈ ਤਾਂ ਦੀਵਾਨ ਵਾਲੇ ਤਾਂ ਪਹਿਲੇ ਕਹਿੰਦੇ ਅਸੀਂ ਤਾਂ ਇੰਨੇ ਲਾਂਗੇ ਜੀ, ਜਿਹੜਾ ਚੜਾਵਾ ਹੋਏਗਾ ਤੁਹਾਡਾ ਅਸੀਂ ਤਾਂ ਇੰਨੇ ਨਗਦ ਲੈਣੇ ਨੇ। ਕਈ ਕੀਰਤਨੀ ਕਹਿੰਦੇ ਅਸੀਂ 30,000 ਲੈਣਾ ਜੀ ਘੰਟੇ ਦਾ, ਕੋਈ ਕਹਿੰਦਾ ਅਸੀਂ 15,000 ਲੈਣਾ ਘੰਟੇ ਦਾ। ਮਾਇਆ ਦੀ ਖਾਤਰ ਸਭ ਕੁਛ ਹੋ ਰਿਹਾ। ਰੱਬ ਰੁੱਬ ਨਹੀਂ ਕਿਸੇ ਨੂੰ ਚਾਹੀਦਾ, ਉਹ ਕੋਈ ਵਿਰਲਾ। ਇਸੇ ਲਈ ਕੋਟਣ ਮੈਂ ਕਹੂ, ਗੁਰਬਾਣੀ ਕੋਟਣ ਮੈਂ ਕਹੂ, ਕਰੋੜਾਂ 'ਚ ਕੋਈ ਇੱਕ ਅੱਧਾ ਬ੍ਰਹਮ ਗਿਆਨੀ ਹੁੰਦਾ ਜਿਹਨੂੰ ਆਪਾਂ ਸੰਤ ਕਹਿ ਸਕਦੇ ਹਾਂ। ਲਿਖ ਦੇਣਾ, ਕਹਿਣਾ ਹੋਰ ਗੱਲ ਹੁੰਦੀ। ਸੰਤ ਹੋਣਾ ਬਹੁਤ ਦੂਰ ਦੀਆਂ ਬਾਤਾਂ ਨੇ। ਹੁਣ ਜਿਹੜੇ ਸਿਆਣੇ ਬੰਦੇ ਨਾ ਅੱਗੇ ਸੰਤ ਲਿਖਣੋਂ ਹਟ ਗਏ ਨੇ। ਨਹੀਂ ਤਾਂ ਆਮ ਪਹਿਲਾਂ ਰਿਵਾਜ਼ ਸੀ, ਸੰਤ ਫਲਾਣਾ ਸਿੰਘ ਆਪਣੇ ਕਾਰਡ ਛਪਾਏ ਹੁੰਦੇ ਸਨ, ਉਹਦੇ ਸੰਤ ਫਲਾਣਾ ਸਿੰਘ, ਉਹ ਤਕਰੀਬਨ ਹਟ ਗਏ ਨੇ। ਕਿਉਂ? ਅਸਲੀਅਤ ਪਤਾ ਲੱਗ ਗਈ ਵੀ ਕਾਹਨੂੰ ਐਵੇਂ ਝੂਠ ਜਿਹਾ ਬੋਲੇ ਜਾਣਾ। ਇਸ ਸੰਤ ਜੇ ਬਣੇ ਹੀ ਨਹੀਂ ਹੈਗੇ, ਸੰਤ ਬਣੇ ਹੀ ਨਹੀਂ। ਕਿਉਂਕਿ ਸੰਤ ਅਨੰਤ ਹੈ, ਅੰਤਰ ਨਹੀਂ। ਅਨੰਤਾਂ ਦਾ ਪਰਮਾਤਮਾ। ਸੰਤ ਕੌਣ ਹੁੰਦਾ? ਜਦੋਂ ਮਨੁੱਖ ਅਤੇ ਪਰਮਾਤਮਾ 'ਚ ਕੋਈ ਫਰਕ ਨਾ ਰਹੇ, ਮਨੁੱਖ ਰੱਬ ਰੂਪ ਹੋ ਜਾਏ, ਉਦੋਂ ਇਹ ਸੰਤ ਹੋ ਜਾਂਦਾ ਹੈ। ਅਤੇ ਰੱਬ ਰੂਪ ਹੋਣ ਲਈ ਰੱਬ ਵਾਲੇ ਗੁਣ ਚਾਹੀਦੇ ਨੇ, ਰੱਬ ਵਾਲੇ ਗੁਣ ਹੋਣੇ ਚਾਹੀਦੇ ਨੇ, ਫਿਰ ਬੰਦਾ ਜਾ ਕੇ ਰੱਬ ਰੂਪ ਹੁੰਦਾ ਹੈ। ਇਸ ਲਈ ਉਹ ਬੜਾ ਲੰਮਾ ਸਫ਼ਰ ਹੈ। ਪਰ ਜਿਨ੍ਹਾਂ ਦੀ ਇੱਛਾ ਹੁੰਦੀ ਹੈ ਪਰਮਾਤਮਾ ਨੂੰ ਮਿਲਣ ਦੀ, ਉਹ ਸਫ਼ਰ 'ਤੇ ਤੁਰਦੇ ਜਾਂਦੇ ਨੇ, ਤੁਰਦੇ ਜਾਂਦੇ ਨੇ, ਤੁਰਦੇ ਜਾਂਦੇ ਨੇ, ਕਿਸੇ ਦਿਨ ਮੰਜ਼ਿਲ 'ਤੇ ਪਹੁੰਚ ਜਾਂਦੇ ਹਨ। ਅੱਗੇ ਕਬੀਰ ਸਾਹਿਬ ਕਹਿੰਦੇ, ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ, ਪਾਂਚੋਂ ਲੜਕੇ ਮਾਰ ਕੇ ਰਹਿ ਰਾਮ ਲਿਓ ਲਾਏ। ਕਹਿੰਦੇ ਮੈਨੂੰ ਤਾਂ ਇਹੋ ਜਿਹਾ ਕੋਈ ਨਹੀਂ ਦਿਸਿਆ। ਮੰਦਰ ਦੇ ਜਰਾਏ, ਜਰਾਏ ਦਾ ਜਲਾ ਦੇਣਾ, ਸਾੜ ਦੇਣਾ।
ਜਿਹੜਾ ਮੰਦਰ ਭਾਵ ਘਰ, ਜਿਹੜਾ ਆਪਣੇ ਘਰ ਨੂੰ ਸਾੜ ਦੇਵੇ। ਕਹਿੰਦੇ ਮੈਨੂੰ ਇਸ ਤੋਂ ਕੋਈ ਨਹੀਂ ਮਿਲਿਆ। ਘਰ ਸੜ ਰਿਹਾ ਵੇ, ਸਾਰੇ ਹੀ ਅੱਗ ਬੁਝਾਉਣ ਦੀ ਕੋਸ਼ਿਸ਼ ਕਰਦੇ ਨੇ। ਨਾਮਦੇਵ ਜੀ ਬਾਹਰ ਗਏ ਹੋਏ ਸਨ, ਮਰੋ ਘਰ ਨੂੰ ਅੱਗ ਲੱਗ ਗਈ, ਰੌਲਾ ਪੈ ਗਿਆ। ਇੱਕ ਬੰਦਾ ਭੱਜਿਆ ਗਿਆ, ਨਾਮਦੇਵ ਜੀ, ਨਾਮਦੇਵ ਤੁਹਾਡੀ ਛੱਪਰੀ ਨੂੰ ਅੱਗ ਲੱਗ ਗਈ ਹੈ। ਕਹਿੰਦੇ ਚਲ ਕੋਈ ਗੱਲ ਨਹੀਂ। ਕੋਈ ਤਾਂ ਭੱਜੇ ਨਹੀਂ, ਆਰਾਮ ਨਾਲ ਤੁਰੇ ਆ ਰਹੇ ਨੇ। ਇਹਨੇ ਚਿਰ ਲੋਕ ਲੱਗੇ ਨੇ, ਕੋਈ ਅੱਗ ਬੁਝਾ ਰਿਹਾ ਹੈ, ਕੋਈ ਸਮਾਨ ਅੰਦਰੋਂ ਕੱਢ ਰਿਹਾ ਹੈ। ਹੁਣ ਨਾਮਦੇਵ ਜੀ ਤਾਂ ਰੱਬ ਰੂਪ ਸਨ, ਇਸ ਲਈ ਉਹਨਾਂ ਦੇਖਿਆ ਲੋਕਾਂ ਦੇ ਭਾਣੇ ਅੱਗ ਲੱਗੀ ਹੋਈ ਹੈ। ਉਹ ਕਹਿੰਦੇ ਤਾਂ ਪਰਮਾਤਮਾ ਦਾ ਕੌਤਕ ਹੈ, ਇਹ ਕੋਈ ਅੱਗ ਉੱਗ ਨਹੀਂ ਹੈਗੀ। ਕਹਿੰਦੇ ਸਮਾਨ ਜੇ ਲੋਕਾਂ ਬਾਹਰ ਕੱਢਿਆ ਸੀ ਨਾ, ਚੱਕ ਚੱਕ ਕੇ ਅੱਗ ਸੁੱਟਣਾ ਸ਼ੁਰੂ ਕਰ ਦਿੱਤਾ। ਭਗਵਾਨ ਆ ਵੀ ਲਓ, ਭਗਵਾਨ ਆ ਵੀ ਲਓ, ਭਗਵਾਨ ਆ ਵੀ ਲਓ। ਸਾਰਾ ਸਮਾਨ ਅੱਗ ਸੁੱਟਤਾ। ਸਮਾਨ ਵੀ ਸੜ ਗਿਆ ਹੈ, ਛੱਪਰੀ ਵੀ ਸੜ ਗਈ ਹੈ। ਲੋਕਾਂ ਦੀ ਨਜ਼ਰਾਂ 'ਚ ਬੇਵਕੂਫ ਹੋਏ ਨਾ ਵੀ ਅਸੀਂ ਇਹਦਾ ਸਮਾਨ ਮਸਾਂ ਕੱਢਿਆ ਸੀ, ਇਹਨੇ ਵਿੱਚ ਸੁੱਟ ਦਿੱਤਾ ਸਾਰਾ। ਕੋਈ ਨਹੀਂ ਚਿਹਰੇ 'ਤੇ ਕੋਈ ਅਫਸੋਸ ਵੀ ਮੇਰਾ ਸਭ ਕੁਝ ਸੜ ਗਿਆ ਹੈ, ਕੋਈ ਅਫਸੋਸ ਨਹੀਂ। ਆਪਣਾ ਭਜਨ ਬੰਦਗੀ ਕਰ ਰਹੇ ਨੇ। ਭਗਵਾਨ ਨੇ ਰਾਤੇ ਰਾਤ ਕਲਾ ਵਰਤਾਈ, ਨਵੀਂ ਛੰਨ ਪਾਤੀ ਹੈ, ਸਾਰਾ ਸਮਾਨ ਨਾਲ ਭਰਤੀ ਹੈ। ਪਹਿਲਾਂ ਨਾਲੋਂ ਵੀ ਸੋਹਣੀ ਛੰਨ ਪੈ ਗਈ ਹੈ। ਸਵੇਰੇ ਗੁਆਂਢਣ ਉੱਠੀ, ਕਹਿੰਦੀ ਕਮਾਲ ਹੈ, ਇਹ ਤਾਂ ਸਾਰਾ ਕੁਝ ਸੜ ਗਿਆ ਸੀ। ਭਈ ਨਾਮ ਦੇਣ ਤਾਂ ਰਾਤੇ ਰਾਤ ਹੀ ਮਿਸਤਰੀ ਲਾ ਕੇ ਐਡੀ ਵਧੀਆ ਛੰਨ ਪਾ ਲਈ ਹੈ। ਆ ਗਈ ਸਵੇਰੇ, ਨਾਮਦੇਵ ਤੇਰੀ ਛੰਨ ਬੜੀ ਵਧੀਆ ਹੈ, ਤੂੰ ਕਿਹੜੇ ਤਰਖਾਣ ਤੋਂ ਬਣਵਾਈ ਹੈ, ਕਿਹੜੇ ਮਿਸਤਰੀ ਤੋਂ ਬਣਵਾਈ ਹੈ? ਕਹਿੰਦੇ ਮੈਨੂੰ ਦੱਸ, ਮੈਂ ਵੀ ਆਪਣੀ ਛੰਨ ਬਣਾਉਣੀ ਹੈ, ਮੈਂ ਤੇਰੇ ਨਾਲ ਦੂਣੀ ਮਜ਼ਦੂਰੀ ਦਿਆਂਗੀ। ਤੇ ਨਾਮਦੇਵ ਕਹਿੰਦੇ ਅਰੇ ਭਾਈ, ਇਹ ਭੈਣੇ, ਇਹ ਬੇਡੀ ਦੇਣ ਨਾ ਜਾਈ। ਆਪਾਂ ਤਰਖਾਣ ਕਹਿੰਦੇ ਹਾਂ, ਮਹਾਰਾਸ਼ਟਰ ਨੂੰ ਬੇਡੀ ਕਹਿੰਦੇ। ਬੇਡੀ ਪ੍ਰੀਤ ਮਜ਼ਦੂਰੀ ਮੰਗ, ਜੇ ਕੋ ਛਾਣ ਛਵਾਵੇ। ਕਹਿ ਜਿਹੜਾ ਤਰਖਾਣ ਹੈ ਨਾ, ਇਹ ਤਾਂ ਪਿਆਰ ਦੀ ਮਜ਼ਦੂਰੀ ਮੰਗਦਾ। ਇਹ ਦੂਜਾ ਤਰਖਾਣ ਨਹੀਂ ਹੈ ਜਿਹੜੇ ਆਮ ਘਰਾਂ 'ਚ ਰਹਿੰਦੇ। ਕਿਉਂ? ਸੰਤ ਅਨੰਤ ਹੈ ਅੰਤਰ ਨਹੀਂ। ਨਾਮਦੇਵ ਤੇ ਪਰਮਾਤਮਾ 'ਚ ਕੋਈ ਫਰਕ ਹੀ ਨਹੀਂ ਸੀ ਹੈਗਾ। ਉਹਨਾਂ ਨੂੰ ਹਰ ਇੱਕ ਚੀਜ਼ ਦੇ 'ਚ ਰੱਬ ਹੀ ਦਿਸ ਰਿਹਾ ਸੀ। ਉਹਨਾਂ ਨੂੰ ਅੱਗ ਨਹੀਂ ਦਿਸੀ, ਅੱਗ 'ਚ ਵੀ ਰੱਬ ਦਿਸਿਆ। ਉਹਨਾਂ ਨੂੰ ਕੁੱਤੇ ਦੇ ਵਿੱਚ ਵੀ ਰੱਬ ਦਿਸਿਆ। ਜਿੰਨਾ ਸਾਧੂਆਂ ਨੂੰ ਸੱਪ ਦੇ ਵਿੱਚ ਵੀ ਰੱਬ ਦਿਸਦਾ ਨਾ, ਕਦੇ ਸੱਪ ਨੂੰ ਡੰਗ ਨਹੀਂ ਮਾਰਦਾ। ਜਿਸ ਸਾਧੂ ਨੂੰ ਸ਼ੇਰ ਦੇ ਵਿੱਚ ਰੱਬ ਦਿਸਦਾ, ਕਦੇ ਸ਼ੇਰ ਉਸ ਸਾਧੂ ਨੂੰ ਨਹੀਂ ਮਾਰੇਗਾ। ਆਪਣੇ ਵਰਗਾ ਗਿਆ ਨਹੀਂ ਤੇ ਉਹਨੇ ਝਪਟਾ ਮਾਰਿਆ ਨਹੀਂ। ਆਪਾਂ ਸੱਪ ਤੋਂ ਡਰਦੇ ਆ ਨਾ, ਸਾਧੂ ਦੇ ਕੋਲ ਹੀ ਸੱਪ ਫਿਰਦੇ ਨੇ, ਕਈ ਉਹਨਾਂ ਦੇ ਸਰੀਰ ਦੇ ਉੱਤੋਂ ਦੀ ਲੰਘ ਜਾਏ, ਕੁਛ ਨਹੀਂ ਕਹਿੰਦੇ, ਕਿ ਸਾਧੂ ਉਹਨਾਂ ਨੂੰ ਸੱਪ ਹੀ ਨਹੀਂ ਸਮਝਦੇ। ਉਹਨਾਂ ਨੂੰ ਸੱਪ ਦੇ ਵਿੱਚ ਜੋ ਪਰਮਾਤਮਾ ਹੈ ਉਹ ਦਿਸ ਰਿਹਾ ਹੁੰਦਾ, ਉਹ ਦਿਸਦਾ। ਜਿਵੇਂ ਆਪਣ ਮਸ਼ੀਨਾਂ ਨੇ, ਲੋ ਜੀ ਤੁਹਾਡੇ ਢਿੱਡ ਦਾ ਹੋਣਾ ਜੀ ਅਲਟਰਾਸਾਊਂਡ, ਉਹ ਮਸ਼ੀਨ ਰੱਖੇ ਮੇਰੇ ਢਿੱਡ 'ਤੇ ਫੇਰੀ ਜਾਂਦੇ ਨੇ, ਉਹ ਆਈ ਜਾਂਦਾ ਜੀ, ਉਹ ਦੱਸੀ ਜਾ ਰਿਹਾ ਇਹਦੇ ਜਿਹੜਾ ਹੈ ਇਹਦੀ ਕਿਡਨੀਆਂ ਠੀਕ ਨੇ, ਇਹਦੇ ਫਲਾਣਾ ਠੀਕ ਹੈ, ਸਾਰਾ ਕੁਝ ਦੱਸੀ ਜਾ ਰਿਹਾ ਹੈ। ਢਿੱਡ ਦੇ ਅੰਦਰ ਦੀ ਚੀਜ਼ਾਂ ਦੱਸ ਰਿਹਾ ਕਿ ਨਹੀਂ? ਉਸ ਮਸ਼ੀਨ ਨੂੰ ਇਸ ਚਮੜੀ ਦੇ ਹੇਠਾਂ ਕੀ ਅੰਦਰ ਉਹ ਦਿਸ ਰਿਹਾ, ਉਹ ਦਿਸ ਰਿਹਾ। ਉਹਨੂੰ ਬਾਹਰਲੀ ਚਮੜੀ ਨਹੀਂ ਦਿਸ ਰਹੀ, ਉਸ ਮਸ਼ੀਨ ਨੂੰ ਸਾਡੇ ਅੰਦਰ ਕੀ ਹੈ ਉਹ ਦਿਸ ਰਿਹਾ। ਇਸੇ ਤਰ੍ਹਾਂ ਜਿਹੜੇ ਬ੍ਰਹਮ ਗਿਆਨੀ ਹੁੰਦੇ ਨੇ, ਮਹਾਂਪੁਰਖ ਹੁੰਦੇ ਨੇ, ਉਹਨਾਂ ਨੂੰ ਜਿਹੜਾ ਅੰਦਰ ਪਰਮਾਤਮਾ ਬੈਠਾ ਨਾ ਉਹ ਦਿਸ ਰਿਹਾ ਹੁੰਦਾ। ਉਹ ਆਪ ਵੀ ਪਰਮਾਤਮਾ ਰੂਪ ਨੇ ਅਤੇ ਉਹਨਾਂ ਅੱਗੇ ਜਿਹੜਾ ਦਿਸ ਰਿਹਾ ਪਰਮਾਤਮਾ ਰੂਪ ਹੈ। ਫਿਰ ਦੋਨਾਂ ਨੇ ਕੀ ਇੱਕ ਦੂਜੇ ਨੂੰ ਕਹਿਣਾ ਜੀ?
ਇਸ ਲਈ ਬ੍ਰਹਮ ਗਿਆਨੀ ਲਈ ਕੋਈ ਦੁਸ਼ਮਣ ਨਹੀਂ ਹੁੰਦਾ, ਕੋਈ ਬੇਗਾਨਾ ਨਹੀਂ ਹੁੰਦਾ, ਕੋਈ ਵੈਰੀ ਨਹੀਂ ਹੁੰਦਾ, ਕੋਈ ਵਿਰੋਧੀ ਨਹੀਂ ਹੁੰਦਾ। ਉਹ ਜਿਹੜੀ ਸਾਰੇ ਹੀ ਆਪਣੇ ਹੁੰਦੇ ਨੇ। ਇੱਥੇ ਕੋਈ ਪਹੁੰਚੇਗਾ ਤੇ ਤਾਂ ਜਾ ਕੇ ਕੋਈ ਸੰਤ ਕਹਿਲਾ ਸਕਦਾ ਹੈ, ਨਹੀਂ ਤੇ ਆਪਣੇ ਨਾਵਾਂ ਨਾਲ ਕਦੇ ਨਹੀਂ ਲਿਖੀਦਾ ਹੁੰਦਾ। ਉਹ ਜਿਹੜੇ ਨਾਮ ਦੇ ਨਾਲ ਜੋ ਲਿਖਣਾ ਹੈ ਉਹ ਗੁਣ ਵੀ ਵਿੱਚ ਚਾਹੀਦਾ। ਕਬੀਰ ਐਸਾ ਕੋ ਨਹੀਂ ਮੰਦਰ ਦੇ ਜਰਾਏ, ਕਹਿੰਦੇ ਇਹੋ ਜਿਹਾ ਕੋਈ ਨਹੀਂ ਜਿਹੜਾ ਆਪਣੇ ਘਰ ਨੂੰ ਸਾੜ ਦੇਵੇ। ਇੱਥੇ ਘਰ ਸਾੜਨ ਤੋਂ ਕੀ ਮਤਲਬ ਹੈ? ਪਾਂਚੋਂ ਲੜਕੇ ਮਾਰ ਕੇ ਰਹੇ ਰਾਮ ਲਿਵ ਲਾਏ। ਸਾਡੇ ਅੰਦਰ 5 ਲੜਕੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਇਹ ਘਰ ਨੂੰ ਸਾੜਨ ਤੋਂ ਮਤਲਬ ਹੈ ਕਿ ਉਹ 5 ਲੜਕੇ ਸਾੜ ਦੇਣੇ ਨੇ। ਹੁਣ ਉਹ ਲੜਕੇ ਜਿਵੇਂ ਤੁਸੀਂ ਬੈਠੇ ਹੋ ਐ ਨਹੀਂ ਹੈ, ਸਰੀਰ ਦੇ ਲੜਕੇ ਨਹੀਂ ਉਹ ਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੈ। ਉਹ ਤੇ ਬਾਹਰਲੀ ਅੱਗ ਨਾਲ ਸੜਨੇ ਹੀ ਨਹੀਂ ਹੈਗੇ। ਉਹ ਤੇ ਬਾਹਰਲੀ ਅੱਗ ਨਾਲ ਨਹੀਂ ਸੜਨੇ। ਬਾਹਰਲੀ ਅੱਗ ਨਾਲ ਸਾਡਾ ਸਰੀਰ ਸੜ ਸਕਦਾ, ਬਾਹਰਲੀ ਅੱਗ ਨਾਲ ਸਾਡਾ ਸਰੀਰ ਸੜ ਸਕਦਾ। ਹੁਣ ਫਿਰ ਉਹ 5 ਲੜਕੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਹੁਣ ਕਾਹਦੇ ਨਾਲ ਸੜਨਗੇ? ਉਹਨੂੰ ਕਹਿੰਦੇ ਨੇ ਬ੍ਰਹਮ ਅਗਨੀ। ਆਪਾਂ ਬ੍ਰਹਮ ਗਿਆਨ ਕਹਿੰਦੇ ਹਾਂ। ਕ੍ਰਿਸ਼ਨ ਮਹਾਰਾਜ ਉਸਨੂੰ ਬ੍ਰਹਮ ਅਗਨੀ ਕਹਿੰਦੇ ਸੀ। ਹੇ ਅਰਜਨ, ਉਹ ਅਰਜਨ ਨੂੰ ਕਈ ਵਾਰੀ ਕਹਿੰਦੇ ਹੇ ਵਤਸ, ਤੂੰ ਆਪਣੇ ਅੰਦਰ ਬ੍ਰਹਮ ਅਗਨੀ ਪੈਦਾ ਕਰ ਲੈ ਔਰ ਤੇਰਾ ਮੋਹ ਜਿਹਾ ਸਾਰਾ ਸੜ ਜਾਏਗਾ। ਤੂੰ ਮੋਹ 'ਚ ਆ ਗਿਆ ਹੈ, ਇਸ ਲਈ ਤੂੰ ਹਥਿਆਰ ਸੁੱਟ ਦਿੱਤੇ ਨੇ ਕਿ ਅੱਗੇ ਮੇਰਾ ਗੁਰੂ ਹੈ, ਅੱਗੇ ਮੇਰਾ ਫਲਾਣਾ ਰਿਸ਼ਤੇਦਾਰ ਹੈ, ਫਲਾਣਾ ਹੈ, ਮੈਂ ਇਹਨਾਂ ਨਾਲ ਕਿਵੇਂ ਲੜਾਂ? ਤੇਰੇ ਅੰਦਰ ਮੋਹ ਹੈ। ਤੂੰ ਆਪਣੇ ਅੰਦਰ ਬ੍ਰਹਮ ਅਗਨੀ ਪੈਦਾ ਕਰ, ਤੇਰਾ ਅੰਦਰ ਮੋਹ ਸੜ ਜਾਏਗਾ। ਹੁਣ ਸਿੱਖ ਧਰਮ ਕਿਹਾ ਬ੍ਰਹਮ ਗਿਆਨ। ਜਦੋਂ ਬ੍ਰਹਮ ਗਿਆਨ ਹੁੰਦਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਭ ਸੜ ਜਾਂਦੇ ਨੇ। ਇਹ ਰਹਿੰਦੇ ਹੀ ਨਹੀਂ। ਨਾ ਇਹ ਰਹਿਣ ਤੇ ਨਾ ਬੰਦਾ ਇਹਨਾਂ ਦੇ ਅਧੀਨ ਆਵੇ। ਕਹਿੰਦੇ 5 ਲੜਕੇ ਮਾਰਨੇ, ਰਹੇ ਰਾਮ ਲਿਵ ਲਾਏ। ਫਿਰ ਰਾਮ ਨਾਲ ਲਿਵ ਤੇ ਆਪੇ ਹੀ ਲੱਗ ਜਾਏਗੀ। ਜੋ ਧਿਆਨ ਹੀ ਹੋਰ ਕਿਤੇ ਨਹੀਂ ਜਾਣਾ। ਇਹੀ ਸਾਡੇ ਧਿਆਨ ਨੂੰ ਇੱਧਰ ਉੱਧਰ ਲਿਜਾਂਦੇ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਜਦੋਂ ਇਹੀ ਨਾ ਅੰਦਰ ਰਹੇ ਤਾਂ ਰਾਮ ਦੇ ਨਾਲ ਲਿਵ ਤੇ ਆਪੇ ਹੀ ਲੱਗ ਜਾਣੀ ਹੈ, ਪਰਮਾਤਮਾ ਨਾਲ ਲਿਵ ਲੱਗ ਜਾਣੀ। ਇਹ ਘਰ ਸਾੜਨਾ ਹੈ, ਇਹਨੂੰ ਕਹਿੰਦੇ ਨੇ ਘਰ ਸਾੜਨਾ। ਪਾਪ ਅੰਦਰੋਂ ਆਪਣੇ ਅੰਦਰ ਇੱਕ ਤਾਂ ਮੋਹ ਛੱਡਣਾ, ਸਰੀਰ ਦਾ ਮੋਹ ਛੱਡਣਾ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਉੱਪਰ ਉੱਠਣਾ। ਜਿਵੇਂ ਧਰਤੀ ਹਰ ਇੱਕ ਚੀਜ਼ ਨੂੰ ਆਪਣੇ ਵੱਲ ਖਿੱਚਦੀ ਹੈ, ਇਹਦੇ ਖਿੱਚਣ ਸ਼ਕਤੀ ਹੈ, ਗ੍ਰੈਵੀਟੇਸ਼ਨ ਜਿਹਨੂੰ ਇੰਗਲਿਸ਼ ਕਹਿੰਦੇ। ਧਰਤੀ ਖਿੱਚਣ ਸ਼ਕਤੀ ਹੈ। ਕੋਈ ਚੀਜ਼ ਉੱਪਰ ਨੂੰ ਸੁੱਟੋ, ਹੇਠਾਂ ਆ ਜਾਂਦੀ ਹੈ। ਨਿਊਟਨ ਸਾਇੰਸਦਾਨ ਦਰਖਤ ਹੇਠਾਂ ਬੈਠਾ, ਉਹ ਪੜ੍ਹਾਈ ਨਾ ਹਿਸਾਬ ਵਿਚਾਰਨ ਨਹੀਂ ਸੀ ਆਉਂਦਾ ਹੁੰਦਾ। ਟੀਚਰ ਕੁੱਟਦਾ ਸੀ, ਸਕੂਲ ਭੱਜ ਲੈਂਦਾ ਸੀ। ਅਤੇ ਬੈਠਾ ਅੰਬ ਦੇ ਦਰਖਤ ਹੇਠਾਂ ਲੇਟਿਆ ਹੋਇਆ, ਉੱਤੋਂ ਇੱਕ ਅੰਬ ਡਿੱਗਿਆ। ਸੋਚਣ ਲੱਗ ਗਿਆ ਇਹ ਅੰਬ ਹੇਠਾਂ ਨੂੰ ਕਿਉਂ ਡਿੱਗਿਆ, ਉੱਪਰ ਨੂੰ ਕਿਉਂ ਨਹੀਂ ਗਿਆ? ਇਹ ਅੰਬ ਹੇਠਾਂ ਨੂੰ ਕਿਉਂ ਡਿੱਗਿਆ, ਉੱਪਰ ਨੂੰ ਕਿਉਂ ਨਹੀਂ ਗਿਆ? ਬਸ ਸੋਚਦਾ ਐਡਾ ਵੱਡਾ ਸੰਸਾਰ ਨੂੰ ਸਿਧਾਂਤ ਦਿੱਤਾ ਕਿ ਧਰਤੀ ਖਿੱਚਣ ਸ਼ਕਤੀ ਹੈ। ਜੋ ਵੀ ਤੁਸੀਂ ਚੀਜ਼ ਉੱਪਰ ਨੂੰ ਸੁੱਟੋਗੇ, ਧਰਤੀ ਉਹਨੂੰ ਆਪਣੇ ਵੱਲ ਨੂੰ ਖਿੱਚ ਲਏਗੀ। ਹਵਾਈ ਜਹਾਜ਼ ਦੇ ਵਿੱਚ ਜਿਹੜੀ ਹੈ ਤਾਕਤ, ਉਹ ਧਰਤੀ ਦੀ ਖਿੱਚਣ ਸ਼ਕਤੀ ਤੋਂ ਘੱਟ ਹੈ। ਇਸ ਲਈ ਹਵਾਈ ਜਹਾਜ਼ ਵਿਚਾਰਾ ਧਰਤੀ ਤੋਂ ਪਰਾਂ ਨਹੀਂ ਜਾ ਸਕਦਾ। ਉਹ ਤਾਂ ਜੇ ਉਹਨੂੰ ਇੱਕੋ ਪਾਸੇ ਹਵਾਈ ਜਹਾਜ਼ ਤੁਸੀਂ ਉਡਾਈ ਹੋ ਨਾ, ਵੀ ਦੇਖੀ ਧਰਤੀ ਕਿੱਥੇ ਜਾ ਕੇ ਮੁੱਕਦੀ ਪਰਾਂ, ਨਾ, ਉਹ ਧਰਤੀ ਦੇ ਦੁਆਲੇ ਹੀ ਗੇੜਾ ਲਾਈ ਜਾਏਗਾ। ਬੰਦੇ ਦੀ ਇੱਛਾ ਸੀ ਮੈਂ ਦੇਖਾਂ ਇਸ ਧਰਤੀ ਤੋਂ ਪਰਾਂ ਕੀ ਹੈ। ਉਹ ਤਜਰਬੇ ਕਰਦਾ ਰਿਹਾ, ਉਹਨੇ ਅਖੀਰ ਨੂੰ ਰਾਕਟ ਬਣਾ ਲਿਆ। ਰਾਕਟ ਦੀ ਜਿਹੜੀ ਸ਼ਕਤੀ ਹੈ ਧਰਤੀ ਦੀ ਖਿੱਚਣ ਸ਼ਕਤੀ ਤੋਂ ਵੱਧ ਹੈ।
ਇਸ ਲਈ ਇੰਨੇ ਜ਼ੋਰ ਨਾਲ 36,000 ਕਿਲੋਮੀਟਰ ਦੀ ਸਪੀਡ ਨਾਲ ਜਦੋਂ ਉੱਡਦਾ ਨਾ, ਧਰਤੀ ਉਹਨੂੰ ਰੋਕ ਨਹੀਂ ਸਕਦੀ, ਆਪਣੇ ਵੱਲ ਖਿੱਚ ਨਹੀਂ ਸਕਦੀ, ਸ਼ਕਤੀ ਇੰਨੀ, ਉਹ ਧਰਤੀ ਤੋਂ ਬਾਹਰ ਨਿਕਲ ਜਾਂਦਾ। ਫਿਰ ਜਦੋਂ ਅਗਲੇ ਕਿਹਾ ਵੀ ਹਾਂ ਧਰਤੀ ਗੋਲ ਹੈ, ਧਰਤੀ ਤਾਂ ਬਹੁਤ ਹੀ ਸੋਹਣੀ ਉੱਤੋਂ ਲੱਗਦੀ ਹੈ, ਇਹ ਤਾਂ ਬੜੀ ਚਮਕੀਲੀ ਹੈ। ਐਂ ਜਿਉਂ ਬੰਦਾ ਨਾਮ ਜਪੀ ਜਾਂਦਾ ਨਾ, ਹੁਣ ਇਹ ਧਰਤੀ ਸਾਨੂੰ ਆਪਣੇ ਵੱਲ ਨੂੰ ਖਿੱਚਦੀ ਹੈ। ਕਈ ਵਾਰੀ ਜਿਹੜੇ ਪੁਰਾਣੇ ਮਹਾਂਪੁਰਖ ਸਨ, ਉਹ ਸ਼ੇਰ ਦੀ ਖੱਲ 'ਤੇ ਬੈਠ ਕੇ ਭਜਨ ਬੰਦਗੀ ਕਰਦੇ ਸਨ। ਸਾਇੰਸ ਜਿਹੜੇ ਪੜ੍ਹੇ ਹੋਏ ਨੇ, ਇੱਕ ਹੁੰਦਾ ਗੁੱਡ ਕੰਡਕਟਰ, ਇੱਕ ਹੁੰਦਾ ਬੈਡ ਕੰਡਕਟਰ। ਜਿਵੇਂ ਗੁੱਡ ਕੰਡਕਟਰ, ਲੋਹਾ ਗੁੱਡ ਕੰਡਕਟਰ ਹੈ, ਲੱਕੜੀ ਬੈਡ ਕੰਡਕਟਰ ਹੈ। ਤੁਸੀਂ ਕਹੋ ਕੀ ਹੈ ਮਤਲਬ? ਲੋਹੇ ਦੀ ਤੁਸੀਂ ਲੈ ਲਓ ਸੀਖ, ਇੱਕ ਪਾਸਿਓਂ ਗਰਮ ਕਰੋ, ਉਹ ਦੂਜਾ ਪਾਸਾ ਵੀ ਤੱਤਾ ਹੋ ਜਾਂਦਾ ਹੱਥ। ਲੱਕੜੀ ਨੂੰ ਤੁਸੀਂ ਇੱਕ ਪਾਸਿਓਂ ਗਰਮ ਕਰੋ, ਦੂਜੇ ਪਾਸੇ ਠੰਡੀ ਰਹਿੰਦੀ ਹੈ, ਉਹਦਾ ਸੇਕ ਦੂਜੇ ਪਾਸੇ ਤੱਕ ਨਹੀਂ ਜਾਂਦਾ ਹੈ। ਜਿਹਦਾ ਸੇਕ ਗਿਆ ਉਹਨੂੰ ਕਹਿੰਦੇ ਗੁੱਡ ਕੰਡਕਟਰ, ਜਿਹਦਾ ਸੇਕ ਉਹਦੇ ਉਹਨੂੰ ਕਹਿੰਦੇ ਬੈਡ ਕੰਡਕਟਰ। ਜਿਹੜਾ ਸ਼ੇਰ ਦੀ ਖੱਲ ਹੈ ਇਹ ਬੈਡ ਕੰਡਕਟਰ ਹੈ, ਸਾਨੂੰ ਨਾ ਧਰਤੀ ਦੀ ਖਿੱਚਣ ਛੱਡਣ ਨਾਲੋਂ ਡਿਸਕਨੈਕਟ ਕਰਦੀ ਹੈ। ਜਦੋਂ ਅਸੀਂ ਡਿਸਕਨੈਕਟ ਹੋਵਾਂਗੇ ਤਾਂ ਹੀ ਉੱਪਰ ਨੂੰ ਜਾਵਾਂਗੇ ਨਾ। ਅਸੀਂ ਸਿਮਰਨ ਕਰ ਕਰਕੇ ਉੱਪਰ ਜਾਂਦੇ ਹਾਂ, ਸਾਡੀ ਸੋਚ ਉੱਪਰ ਨੂੰ ਜਾਂਦੀ ਹੈ, ਧਰਤੀ ਫਿਰ ਹੇਠਾਂ ਨੂੰ ਖਿੱਚ ਲੈਂਦੀ ਹੈ। ਫਿਰ ਅਸੀਂ ਕੋਸ਼ਿਸ਼ ਕਰਦੇ ਰਹਿੰਦੇ ਹਾਂ। ਇੱਕ ਸਮਾਂ ਐਸਾ ਹੁੰਦਾ ਭਜਨ ਬੰਦਗੀ ਕਰਦਿਆਂ, ਸਿਮਰਨ ਕਰਦਿਆਂ, ਜਿੱਥੇ ਧਰਤੀ ਦੀ ਖਿੱਚਣ ਸ਼ਕਤੀ ਅਤੇ ਨਾਮ ਦੀ ਖਿੱਚਣ ਸ਼ਕਤੀ ਬਰਾਬਰ ਹੋ ਜਾਂਦੀ ਹੈ। ਉਦੋਂ ਤੁਸੀਂ ਅਗਰ ਤੁਹਾਡੇ 'ਚ ਕਦੇ ਕੋਈ ਤੁਹਾਨੂੰ ਹੋਵੇ ਐਸਾ ਸਮਾਂ ਆਵੇ, ਤੁਸੀਂ ਕੀ ਮਹਿਸੂਸ ਕਰੋਗੇ? ਤੁਸੀਂ ਚੌਕੜੀ ਮਾਰ ਕੇ ਬੈਠੇ ਹੋ, ਕਦੇ ਤੁਸੀਂ ਧਰਤੀ ਨੂੰ ਟੱਚ ਕਰੋਗੇ, ਕਦੇ ਧਰਤੀ 1 ਇੰਚ ਉੱਚਾ ਹੋ ਜਾਓਗੇ, ਫਿਰ ਧਰਤੀ ਆਪਣੇ ਖਿੱਚੇ, ਫਿਰ ਤੇ ਟੱਚ ਕਰੋਗੇ, ਤੁਸੀਂ ਸਿਮਰਨ ਫਿਰ ਉੱਪਰ ਨੂੰ ਖਿੱਚੇਗਾ, ਫਿਰ ਤੁਸੀਂ ਉੱਪਰ ਨੂੰ ਹੋ ਜਾਓਗੇ। ਜੇ ਸਿਮਰਨ ਬਹੁਤ ਜ਼ਿਆਦਾ ਵੱਧ ਜਾਏ, ਤੁਸੀਂ ਧਰਤੀ ਤੋਂ ਉੱਠ ਜਾਓ, ਉੱਪਰ ਛੱਤ ਤੱਕ ਲੱਗ ਜਾਓ, ਚੌਕੜੀ ਮਾਰੇ ਹੋਏ ਆਈ। ਉਦੋਂ ਬੰਦਾ ਜਾ ਕੇ ਫਿਰ ਜਿਹੜਾ ਸੰਭਾਵਨਾ ਹੁੰਦੀ ਹੁਣ ਰੱਬ ਨੂੰ ਮਿਲੂਗਾ। ਇਹ ਧਰਤੀ ਦੀ ਖਿੱਚਣ ਸ਼ਕਤੀ ਤੋਂ ਇਹ ਉੱਪਰ ਨੂੰ ਉੱਠਦਾ ਜਾ ਰਿਹਾ ਹੈ। ਇਸ ਲਈ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਸਾਨੂੰ ਹੇਠਾਂ ਨੂੰ ਖਿੱਚਦੇ ਨੇ। ਸਿਮਰਨ ਸਾਨੂੰ ਇਹਨਾਂ ਤੋਂ ਉੱਪਰ ਨੂੰ ਲਿਜਾਂਦਾ ਹੈ, ਇਹ ਸਾਨੂੰ ਹੇਠਾਂ ਨੂੰ ਖਿੱਚਦੇ ਨੇ। ਜੇ ਸਿਮਰਨ ਘੱਟ ਹੈ ਤਾਂ ਅਸੀਂ ਇਹਨਾਂ ਦੇ ਢਿੱਕੇ 'ਚ ਆ ਜਾਂਦੇ। ਜੇ ਭਾਈ ਸਿਮਰਨ ਗਿਆ ਵੱਧ, ਉਹ ਸਿਮਰਨ ਦੀ ਸ਼ਕਤੀ ਇਹਨਾਂ ਨਾਲੋਂ ਵੱਧ ਗਈ ਹੈ, ਤਾਂ ਫਿਰ ਉਸ ਬੰਦੇ ਨੇ ਜਿਹੜਾ ਇਹਨਾਂ ਤੋਂ ਉੱਪਰ ਉੱਠ ਜਾਣਾ ਹੈ। ਬ੍ਰਹਮ ਗਿਆਨੀ 'ਤੇ ਇਸ ਲਈ ਚੀਜ਼ਾਂ ਅਸਰ ਨਹੀਂ ਕਰਦੀਆਂ ਕਿ ਉਹਦੀ ਇੰਨੀ ਭਜਨ ਬੰਦਗੀ ਦੇ ਇੰਨਾ ਨਾਮ ਤੁਹਾਨੂੰ ਉਹਦੇ ਕੋਲ ਹੁੰਦਾ ਹੈ ਕਿ ਕੋਈ ਬੁਰਾਈ ਉਸ 'ਤੇ ਅਸਰ ਨਹੀਂ ਕਰਦੀ। ਆ ਜਿਹੜੇ ਸੰਤਾਂ ਮਹਾਤਮਾ ਨੂੰ ਜੇਲ੍ਹ ਹੋਈ ਹੈ ਬਲਾਤਕਾਰਨ ਕਾਰਨ, ਇਹ ਬ੍ਰਹਮ ਗਿਆਨੀ ਨਹੀਂ ਹੈਗੇ। ਇਸ ਲਈ ਇਹ ਇੱਦੋਂ ਉੱਪਰ ਹੀ ਨਹੀਂ ਉੱਠੇ, ਉਹ ਅੜਿੱਕੇ 'ਚ ਆ ਗਏ, ਉਹ ਕਾਮ ਦੇ ਅੜਿੱਕੇ 'ਚ ਆ ਗਏ। ਅਗਰ ਬ੍ਰਹਮ ਗਿਆਨੀ ਦੇ ਸਵਾਲ ਹੀ ਪੈਦਾ ਨਹੀਂ, ਕਾਮਣ 'ਤੇ ਅਸਰ ਕਰ ਜਾਂਦਾ, ਚਾਹੇ ਜਨਾਨੀਆਂ ਨੰਗੀਆਂ ਕਿਉਂ ਨਾ ਫਿਰੀ ਜਾਣ। ਹੁਣ ਕ੍ਰਿਸ਼ਨ ਮਹਾਰਾਜ ਜੰਮਦੇ ਹੀ ਬ੍ਰਹਮ ਗਿਆਨੀ ਸਨ, ਗੋਪੀਆਂ ਨਾਲ ਖੇਡਦੇ ਹੁੰਦੇ ਸੀ ਉਸੇ ਤਰ੍ਹਾਂ। ਦੇਖੇ ਕਦੇ ਉਹਨੇ, ਕਦੇ ਉਹ ਡੋਲੇ? ਉਹ ਡੋਲੇ ਨਹੀਂ, ਕਿਉਂਕਿ ਜਨਮ ਤੋਂ ਹੀ ਬ੍ਰਹਮ ਗਿਆਨੀ ਸਨ। ਸੋ ਇਸ ਲਈ ਬ੍ਰਹਮ ਗਿਆਨੀ ਨਹੀਂ ਡੋਲਿਆ ਕਰਦਾ, ਉਸ ਅਵਸਥਾ 'ਤੇ ਪਹੁੰਚ ਜਾਂਦਾ ਜਿੱਥੇ ਮੌਤ ਵੀ ਉਹਨੂੰ ਨਹੀਂ ਡੇਗ ਸਕਦੀ। ਅੱਜ ਜਿਨ੍ਹਾਂ ਨੇ ਸ਼ਹੀਦੀਆਂ ਦਿੱਤੀਆਂ, ਜੇ ਬੰਦ ਕਟਵਾਏ, ਚਰਖੜੀਆਂ ਚੜ੍ਹੇ, ਆਰਿਆਂ ਨਾਲ ਚੀਰੇ ਗਏ, ਤੱਤੀਆਂ ਤਵੀਆਂ 'ਤੇ ਬੈਠੇ ਹੈ, ਆਪਣੀਆਂ ਖੋਪਰੀਆਂ ਲੁਹਾਈਆਂ ਉਹਨਾਂ ਨੇ, ਉਹ ਕੋਈ ਘੱਟ ਸਨ? ਨਹੀਂ ਡੋਲੇ। ਮੌਤ ਦਾ ਡਰ ਵੀ ਉਹਨਾਂ ਨੂੰ ਨਹੀਂ ਡਰਾ ਸਕਿਆ, ਉਹ ਉੱਪਰ ਉੱਠ ਚੁੱਕੇ ਸਨ ਇਹਨਾਂ ਗੱਲਾਂ ਦਾ। ਸੋ ਕਹਿੰਦੇ ਇਹ ਕੋਈ ਵਿਰਲਾ ਟਾਮ ਹੀ ਹੈ ਜਿਹੜਾ ਆਪਣੇ ਘਰ ਨੂੰ ਅੱਗ ਲਾਏ ਅਤੇ 5 ਲੜਕੇ ਸਾੜ ਕੇ ਪਰਮਾਤਮਾ ਵੱਲ ਲਾਏ, ਭਾਵ ਆਪਣੇ ਅੰਦਰ ਸਾਰੀਆਂ ਬੁਰਾਈਆਂ ਨੂੰ ਖਤਮ ਕਰ ਦੇ। ਇਹ ਕੋਈ ਵਿਰਲਾ ਟਾਮ ਹੈ। ਕਹਿੰਦੇ ਕਬੀਰ ਐਸਾ ਕੋ ਨਹੀਂ, ਇਹ ਤਨ ਦੇਵੈ ਫੂਕ, ਅੰਧਾ ਲੋਕ ਨ ਜਾਣੀ, ਰਹਿਆ ਕਬੀਰਾ ਕੂਕ। ਕਬੀਰ ਸਾਹਿਬ ਕਹਿੰਦੇ ਐਸਾ ਕੋਈ ਨਹੀਂ ਮੈਨੂੰ ਟੱਕਰਿਆ ਜਿਹੜਾ ਆਪਣੇ ਸਰੀਰ ਨੂੰ ਅੱਗ ਲਾ ਦੇ। ਪਹਿਲਾਂ ਤਾਂ ਘਰ ਦੀ ਗੱਲ ਸੀ ਨਾ, ਹੁਣ ਸਰੀਰ 'ਤੇ ਆ ਗਏ ਨੇ। ਸਰੀਰ ਨੂੰ ਅੱਗ ਲਾਉਣ ਦਾ ਮਤਲਬ ਸਰੀਰ ਦਾ ਮੋਹ ਛੱਡ ਦੇਣਾ। ਮੋਹ ਜਿਹੜਾ ਹੈ, ਐਕਚੁਅਲੀ ਮੋਹ ਦੇ ਵਿੱਚੋਂ ਹੀ ਕਾਮ ਕ੍ਰੋਧ ਨਿਕਲਦੇ ਨੇ, ਮੋਹ ਦੇ ਵਿੱਚੋਂ ਹੀ ਲੋਭ ਨਿਕਲਦਾ ਹੈ। ਜੇ ਮੋਹ ਹੀ ਨਹੀਂ ਤਾਂ ਫਿਰ ਇਹ ਚੀਜ਼ਾਂ ਨਹੀਂ ਹੁੰਦੀਆਂ।
ਮੰਨ ਲਓ ਮੇਰਾ ਸਰੀਰ ਨਾਲ ਮੋਹ ਹੀ ਨਹੀਂ ਹੈਗਾ, ਤਾਂ ਸਰੀਰ ਨਾਲ ਜੋ ਵੀ ਸੰਬੰਧਿਤ ਚੀਜ਼ ਹੈ ਮੇਰਾ, ਉਹਦੇ ਨਾਲ ਮੋਹ ਖਤਮ ਹੋ ਜਾਏਗਾ। ਕਈਆਂ ਦਾ ਚੀਜ਼ਾਂ ਨਾਲੋਂ ਮੋਹ ਖਤਮ ਹੋ ਜਾਂਦਾ, ਪਰ ਸਰੀਰ ਨਾਲ ਰਹਿੰਦਾ। ਸਰੀਰ ਨਾਲ ਮੋਹ ਰਹਿੰਦਾ, ਚੀਜ਼ਾਂ ਨਾਲ ਖਤਮ ਹੋ ਜਾਂਦਾ। ਹੁਣ ਕਈ ਰਾਜੇ ਰਾਜ ਭਾਗ ਛੱਡ ਕੇ ਬਾਹਰ ਜੰਗਲਾਂ ਚਲੇ ਗਏ, ਜੰਗਲਾਂ ਚਲੇ ਗਏ। ਠੀਕ ਹੈ, ਚੀਜ਼ਾਂ ਨਾਲ ਉਹਨਾਂ ਦਾ ਮੋਹ ਖਤਮ ਹੋ ਗਿਆ। ਰਾਜ ਭਾਗ ਛੱਡਤਾ, ਖਜ਼ਾਨੇ ਛੱਡਤੇ, ਫੌਜਾਂ ਛੱਡਤੀਆਂ, ਆਪਣਾ ਪਰਿਵਾਰ ਛੱਡ ਦਿੱਤਾ ਹੈ। ਪਰ ਕਈ ਵਾਰੀ ਆਪਣੇ ਸਰੀਰ ਨਾਲ ਬੰਦੇ ਦਾ ਮੋਹ ਰਹਿ ਜਾਂਦਾ ਹੈ। ਕਈ ਵਾਰ ਬਾਹਰੋਂ ਦੇਖਣ ਹੁੰਦਾ ਵੀ ਨਹੀਂ ਮੋਹ ਹੈ, ਅੰਦਰ ਮੋਹ ਰਹਿ ਜਾਂਦਾ ਹੈ। ਕਹਿੰਦੇ ਕੋਈ ਐਸਾ ਹੈ ਜਿਹੜਾ ਆਪਣੇ ਤਨ ਨੂੰ ਫੂਕ ਦੇਵੇ, ਸਾੜ ਦੇਵੇ, ਭਾਵ ਸਰੀਰ ਦਾ ਮੋਹ ਛੱਡ ਦੇਵੇ। ਅੰਧਾ ਲੋਕ ਨਾ ਜਾਣੇ ਰਹਿਓ ਕਬੀਰਾ ਕੂਕ। ਕਹਿੰਦਾ ਮੈਂ ਤਾਂ ਕੂਕ ਕੂਕ ਕੇ ਕਹਿਣਾ ਕਿ ਆਪਣਾ ਸਰੀਰ ਸਾੜ ਦਿਓ, ਭਾਵ ਸਰੀਰਕ ਮੋਹ ਛੱਡ ਦਿਓ। ਅੰਧਾ ਲੋਕ, ਪਰ ਅਗਿਆਨੀ ਵਿਅਕਤੀ ਇਹ ਮੇਰੀ ਗੱਲ ਨੂੰ ਸਮਝ ਹੀ ਨਹੀਂ ਰਿਹਾ, ਇਹ ਮੇਰੀ ਗੱਲ ਮੰਨ ਹੀ ਨਹੀਂ ਰਿਹਾ। ਜਿੱਥੇ ਮੋਹ ਹੋਏਗਾ ਉੱਥੇ ਹੀ ਚੋਰੀ ਹੋਏਗੀ। ਜੇ ਮੋਹ ਹੀ ਨਹੀਂ, ਕਿਉਂ ਚੋਰੀ ਕਰੋਗੇ ਜੀ? ਇਹ ਤਾਂ ਮੈਂ ਧਨ ਨਾਲ ਮੋਹ ਹੈ ਵੀ ਜ਼ਿਆਦਾ ਹੋਵੇ, ਵੀ ਜ਼ਿਆਦਾ ਹੋਵੇ, ਮੋਹ ਹੈ। ਮੋਹ ਕਾਰਨ ਹੀ ਕਾਮ ਹੈ, ਜੇ ਮੋਹ ਹੀ ਨਹੀਂ, ਕਾਮ ਨਹੀਂ ਹੋਏਗਾ। ਸਰੀਰ ਨਾਲ ਮੋਹ ਹੈ, ਇਸ ਲਈ ਅੰਦਰ ਕਾਮ ਹੈ। ਸਰੀਰ ਨਾਲ ਮੋਹ ਹੈ, ਆਪਣੇ ਨਾਲ ਮੋਹ ਹੈ, ਤੁਹਾਡੀ ਕਿਸੇ ਗੱਲ ਨਹੀਂ ਮੰਨੀ ਤੁਹਾਨੂੰ ਗੁੱਸਾ ਆਉਂਦਾ ਹੈ, ਗੁੱਸਾ ਆਉਂਦਾ। ਕਹਿੰਦੇ ਕੋਈ ਨਹੀਂ ਮੈਨੂੰ ਇਹੋ ਜਿਹਾ ਲੱਭਾ ਜਿਹੜਾ ਆਪਣੇ ਸਰੀਰ ਦਾ ਮੋਹ ਛੱਡ ਦੇਵੇ। ਕਹਿੰਦੇ ਮੈਂ ਲੋਕਾਂ ਨੂੰ ਕਹਿ ਰਿਹਾ ਕੂਕ ਵੀ ਤੁਸੀਂ ਸਰੀਰਕ ਮੋਹ ਛੱਡ ਦਿਓ, ਪਰ ਇਹ ਅੰਧਾ ਲੋਕ, ਇਹ ਅਗਿਆਨੀ ਲੋਕ ਮੰਨਦੇ ਨਹੀਂ। ਕਹਿੰਦੇ ਮੇਰੇ ਇਹ ਮੋਹ 'ਚ ਫਸੇ ਹੋਏ ਹਨ। ਅਸੀਂ ਮੋਹ ਛੱਡਣਾ, ਖੈਰ ਕਿ ਚੀਜ਼ ਨਹੀਂ ਛੱਡਣੀ। ਪੁਰਾਣੇ ਜ਼ਮਾਨੇ 'ਚ ਨਾ ਘਰ ਹੀ ਛੱਡ ਜਾਂਦੇ ਸਨ। ਸਿੱਖ ਧਰਮ ਕਹਿੰਦਾ ਘਰ ਨਹੀਂ ਛੱਡਣਾ, ਘਰ ਦਾ ਮੋਹ ਛੱਡਣਾ। ਪਰਿਵਾਰ ਨਹੀਂ ਛੱਡਣਾ, ਪਰਿਵਾਰ ਦਾ ਮੋਹ ਛੱਡਣਾ। ਮਾਇਆ ਨਹੀਂ ਛੱਡਣੀ, ਮਾਇਆ ਦਾ ਮੋਹ ਛੱਡਣਾ। ਜੇ ਮਾਇਆ ਛੱਡਣੀ ਹੁੰਦੀ ਸਿੱਖ ਨੇ ਤਾਂ ਗੁਰੂ ਨਾਨਕ ਦੇ ਕਿਉਂ ਕਹਿੰਦੇ ਕਿਰਤ ਕਰੋ? ਫਿਰ ਤਾਂ ਕਹਿ ਮੰਗ ਕੇ ਖਾਓ, ਮੰਗਤੇ ਬਣੋ। ਉਹਨਾਂ ਵੇਲੇ ਬੜੇ ਸਾਧੂ ਜਿਹੜੇ ਸਨ ਮੰਗ ਕੇ ਖਾਂਦੇ ਸਨ। ਜਿਹੜਾ ਮੰਗ ਕੇ ਖਾ ਰਿਹਾ, ਯਾਦ ਰੱਖੋ ਸਾਧੂ ਨਹੀਂ ਹੁੰਦਾ, ਉਹ ਮੰਗਤਾ ਹੁੰਦਾ। ਕੱਪੜੇ ਭਾਵੇਂ ਸਾਧ ਵਾਲੇ ਪਾਏ ਹੋਣ, ਹੁੰਦਾ ਮੰਗਤਾ ਹੀ ਹੈ, ਕਿਉਂਕਿ ਮੰਗ ਰਿਹਾ ਹੈ, ਕਿਸੇ 'ਤੇ ਨਿਰਭਰ ਹੈ। ਸਾਧੂ ਦੇ ਦਾਤਾ ਹੁੰਦਾ। ਤੂੰ ਆਪ ਮੰਗ ਰਿਹਾ ਵੀ ਦੱਸ, ਤੂੰ ਕਿਸੇ ਨੂੰ ਕੀ ਸੁਆਹ ਦੇਂਗਾ? ਤੂੰ ਤਾਂ ਆਪ ਮੰਗ ਰਿਹਾ। ਸਿੱਖ ਨੂੰ ਇਸ ਲਈ ਗੁਰੂ ਨਾਨਕ ਦੇਵ ਨੇ ਦਾਤਾ ਬਣਾਇਆ ਸੀ। ਅੱਜ ਇਹ ਮੰਗ ਰਿਹਾ। ਦੇਖੋ ਕਿੰਨੀ ਹੈਰਾਨੀ ਦੀ ਗੱਲ ਹੈ। ਇਹ ਤਾਂ ਦਾਤਾ ਬਣਾਇਆ ਸੀ ਕਿ ਤੂੰ ਦਸਵੰਧ ਦਾਨ ਕਰਨਾ, ਆਪਣੀ ਕਮਾਈ ਦਾ 10ਵਾਂ ਹਿੱਸਾ ਲੋੜਵੰਦਾਂ 'ਤੇ ਲਾਉਣਾ। ਫਿਰ ਦਾਤਾ ਹੋਇਆ ਨਾ। ਪਰ ਇਹ ਤਾਂ ਆਪ ਹੀ ਮੰਗ ਰਿਹਾ। ਇਹ ਮੰਗਤਾ ਹੋ ਗਿਆ। ਬਹੁਤ ਸਾਰੇ ਸਿੱਖ ਮੰਗਤੇ ਹੋ ਗਏ ਨੇ, ਕਿਉਂਕਿ ਸਿੱਖ ਹੀ ਨਹੀਂ ਰਹੇ। ਉਹ ਸ਼ਕਲ ਸੂਰਤ ਦੇ ਭਾਵੇਂ ਹੋਣ, ਵੈਸੇ ਹੁਣ ਤਾਂ ਸ਼ਕਲ ਸੂਰਤ ਦੇ ਵੀ ਨਹੀਂ ਰਹੇ, ਪਰ ਸਿੱਖ ਆਪਣੇ ਨੂੰ ਕਹਿਲਾਉਂਦੇ ਨੇ ਅਤੇ ਮੰਗ ਰਹੇ ਨੇ। ਪਿਤਾ ਨੂੰ ਮੰਗਤੇ ਬਣਾਏ ਗੁਰੂ ਨਾਨਕ ਨੇ। ਹੁਣ ਦੇਖੇ ਕਿਰਤ ਕਰੋ, ਕਰੋ ਕਿਰਤ, ਕਿਰਤ ਕਰੋ। ਫਿਰ ਉਹਨੇ ਕਿਹਾ ਉਹਦੇ ਵਿੱਚੋਂ 10ਵਾਂ ਹਿੱਸਾ, ਆਪਣੀ ਕਿਰਤ 10ਵਾਂ ਹਿੱਸਾ ਗੁਰੂ ਘਰ ਨੂੰ ਭੇਜੋ। ਤਾਂ ਇਹਦਾ ਪਤਾ ਗੁਰੂ ਨਾਨਕ ਦੇਵ ਨੂੰ ਪਤਾ ਸੀ ਕਿ ਮੇਰਾ ਸਿੱਖ ਗਰੀਬ ਨਹੀਂ ਹੋ ਸਕਦਾ। ਗਰੀਬ ਬੰਦਾ ਕਦੇ ਵੀ ਦਸਵੰਧ ਗੁਰੂ ਘਰ ਨੂੰ ਨਹੀਂ ਭੇਜਦਾ। ਮੰਨ ਲਓ ਮੈਨੂੰ ਖਾਣ ਨੂੰ ਰੋਟੀ ਕੋਈ ਨਹੀਂ, ਮੈਂ ਗੁਰੂ ਨੂੰ ਕਿੱਥੇ ਦਿਆਂਗਾ? ਉਹਨੂੰ ਕਿੱਥੇ ਭੇਜਾਂਗਾ? ਮੇਰੇ ਕੋਲ ਆਪ ਹੀ ਰੁਪਈਆ ਕੋਈ ਨਹੀਂ, ਮੈਂ ਗੁਰੂ ਨੂੰ ਉਹਦੇ ਵਿੱਚ 10ਵਾਂ ਹਿੱਸਾ ਕਿੱਥੋਂ ਦਿਆਂਗਾ? ਪਰ ਗੁਰੂ ਨਾਨਕ ਦੇ ਜਿਹੜਾ ਸਿੱਖ ਤਿਆਰ ਕੀਤਾ, ਜੇ ਵਾਕਈ ਗੁਰੂ ਨਾਨਕ ਦੀ ਸਿੱਖਿਆ 'ਤੇ ਕੋਈ ਚੱਲ ਪਏ, ਇਹ ਮੰਗਤਾ ਹੋ ਹੀ ਨਹੀਂ ਸਕਦਾ। ਇਹ ਨਹੀਂ ਮੰਗਤਾ ਹੋ ਸਕਦਾ। ਅਸੀਂ ਗੁਰੂ ਨਾਨਕ ਦੀ ਸਿੱਖਿਆ ਨੂੰ ਛੱਡ ਦਿੱਤਾ ਹੈ। ਹੁਣ ਗੁਰੂ ਨਾਨਕ ਦੇ ਕੇ ਕੋਈ ਦੱਸਣ ਦੀ ਕਿਰਤ ਕਰਨੀ, ਇਹਦਾ ਮਤਲਬ ਕੋਈ ਚੋਰੀ ਨਹੀਂ ਕਰਨੀ, ਕੋਈ ਠੱਗੀ ਨਹੀਂ ਕਰਨੀ, ਕੋਈ ਡਾਕਾ ਨਹੀਂ ਮਾਰਨਾ,
ਕੋਈ ਲੁੱਟਖੋ ਨਹੀਂ ਕਰਨੀ, ਕੋਈ ਮਿਲਾਵਟ ਨਹੀਂ ਕਰਨੀ, ਕੋਈ ਧੋਖਾਧੜੀ ਨਹੀਂ ਕਰਨੀ, ਕੋਈ ਰਿਸ਼ਵਤ ਨਹੀਂ ਲੈਣੀ, ਕੋਈ ਘਪਲਾ ਨਹੀਂ ਕਰਨਾ, ਕੋਈ ਨਸ਼ਾ ਨਹੀਂ ਕਰਨਾ, ਕੋਈ ਨਸ਼ਾ ਵੇਚਣਾ ਨਹੀਂ, ਕੋਈ ਬਲਾਤਕਾਰ ਨਹੀਂ ਕਰਨਾ। ਅਗਰ ਇਹ ਕੋਈ ਬੰਦਾ ਇਹਨਾਂ ਸਾਰੀਆਂ ਚੀਜ਼ਾਂ ਤੋਂ ਬਚਿਆ ਹੋਇਆ ਹੈ, ਉਹ ਗਰੀਬ ਹੋ ਹੀ ਨਹੀਂ ਸਕਦਾ। ਨਸ਼ੇ ਕਰ ਕਰਕੇ, ਸ਼ਰਾਬਾਂ ਪੀ ਪੀ ਕੇ, ਕੰਜਰੀਆਂ ਵਿਆਹਾਂ 'ਚ ਨਚਾ ਕੇ ਉਹ ਕਰਜ਼ੇ ਚੜ੍ਹ ਗਏ ਨੇ, ਉਹ ਹੁਣ ਲੈਂਦੇ ਨਹੀਂ ਹੈਗੇ। ਉਹ ਲੈਂਦੇ, ਕਰੋ ਆਤਮ ਹੱਤਿਆ। ਸਿੱਖ ਕੀ ਤੇ ਆਤਮ ਹੱਤਿਆ ਕੀ ਹੈ? ਇੰਨੇ 100 ਸਾਲ ਹੋ ਗਏ ਸਿੱਖ ਬਣਿਆ ਨੂੰ, ਆ ਹੁਣ 15-20 ਸਾਲਾਂ ਤੋਂ ਲੱਗੇ ਨੇ ਆਤਮ ਹੱਤਿਆ ਕਰਨ ਸਿੱਖ, ਪਹਿਲਾਂ ਨਹੀਂ ਸੀ ਕਰਦੇ। 1947 ਦੇ ਲੱਖਾਂ ਸਿੱਖ ਪਾਕਿਸਤਾਨ ਤੋਂ ਹਿੰਦੂ ਸਿੱਖ ਆਏ ਨਾ ਉੱਜੜ ਕੇ। ਕਿਸੇ ਹਿੰਦੂ ਜਾਂ ਸਿੱਖ ਨੇ ਇੰਨੀ ਗਰੀਬੀ ਦੇ ਵਿੱਚ ਵੀ ਆਤਮ ਹੱਤਿਆ ਨਹੀਂ ਕੀਤੀ। ਕੋਈ ਕਹਦੇ ਹਾਂਜੀ ਵੀ ਫਲਾਣੇ ਨੇ ਜੀ ਇੱਥੇ ਜਦੋਂ ਹਿੰਦੁਸਤਾਨ ਪਹੁੰਚੇ, ਸਭ ਨੂੰ ਪਤਾ ਹੈ ਜਿਹੜੇ ਵੀ ਪਾਕਿਸਤਾਨ ਤੋਂ ਹਿੰਦੂ ਸਿੱਖ ਆਏ ਨੇ, ਇੱਥੇ ਕੱਖ ਨਹੀਂ ਸੀ ਨਾ ਵਿਚਾਰਿਆਂ ਕੋਲ ਜੇ ਪਹੁੰਚੇ ਨਹੀਂ ਇੰਡੀਆ 'ਚ, ਕੁਛ ਵੀ ਨਹੀਂ ਸੀ। ਪਿਤਾ ਜੀ ਕਹਿੰਦੇ ਮੇਰੇ ਕੋਲ ਤੁਸੀਂ 6 ਜੀ ਸੀ ਅਤੇ 1.5 ਰੁਪਏ, 1 ਰੁਪਏ 6 ਆਨੇ ਮੇਰੇ ਕੋਲ ਸਨ ਕੁੱਲ ਜਦੋਂ ਮੈਂ ਹਿੰਦੁਸਤਾਨ 'ਚ ਪਹੁੰਚੇ। 6 ਅਸੀਂ 5 ਭਰਾ 1 ਭੈਣ ਇੰਡੀਆ 'ਚ ਪਹੁੰਚੇ, ਮਾਂ ਪਿਓ ਪਹੁੰਚੇ ਨੇ। ਕਹਿੰਦੇ ਮੇਰੇ ਕੋਲ 1 ਰੁਪਏ 6 ਆਨੇ ਸਨ। ਸਿਰਫ ਜ਼ਿੰਦਗੀ ਮੁੱਢੋਂ ਸੁੱਢੋਂ ਸ਼ੁਰੂ ਕਰਨੀ ਪੈ ਗਈ। ਘਰ ਘਾਟ ਗਏ, ਜ਼ਮੀਨਾਂ ਉੱਥੇ ਗਈਆਂ, ਜੋ ਸਮਾਨ ਸੀ ਉਹ ਗਿਆ, ਜੋ ਗਹਿਣੇ ਕੱਟੇ ਸਨ ਅਗਲੇ ਨੇ ਲੁੱਟ ਲਏ। ਉਹ ਬਿਲਕੁਲ ਭੁੱਖੇ ਨੰਗੇ ਹੋ ਕੇ ਇੱਥੇ ਆਏ, ਪਰ ਫਿਰ ਵੀ ਕਿਸੇ ਨੇ ਆਤਮ ਹੱਤਿਆ ਨਹੀਂ ਕੀਤੀ। ਹੁਣ ਚੰਗੇ ਭਲੇ ਨੇ, ਜ਼ਮੀਨਾਂ ਵਾਲੇ ਨੇ, ਆਤਮ ਹੱਤਿਆ ਕਰ ਰਹੇ ਨੇ। ਫਿਰ ਇਹਨਾਂ ਨੂੰ ਕੌਣ ਸਿੱਖ ਕਹੇਗਾ? ਇੱਕ ਹੀ ਜਣ ਲਿਖਾਈ ਜਨ ਮਰਦਮਸ਼ੁਮਾਰੀ 'ਚ ਅਸੀਂ ਸਿੱਖ ਹਾਂ ਜੀ। ਗੁਰੂ ਨਾਨਕ ਦੇ ਤੈਨੂੰ ਮੰਨਦੇ ਨਹੀਂ ਵੀ, ਅਸੀਂ ਤਾਂ ਤੈਨੂੰ ਮੰਨਦੇ ਨਹੀਂ ਸਿੱਖ ਵੀ। ਅਸੀਂ ਇਹੋ ਜਿਹਾ ਸਿੱਖ ਤਿਆਰ ਕੀਤਾ ਸੀ ਵੀ ਸਾਡਾ ਸਿੱਖ ਜਿਹੜਾ ਸ਼ਰਾਬਾਂ ਪੀਵੇ, ਪੈਸਾ ਜਿਹੜਾ ਵਿਆਹਾਂ 'ਚ ਕੰਜਰੀਆਂ ਨਚਾਵੇ। ਜਿੰਨਾ ਚਿਰ ਗੁਰੂ ਸਾਹਿਬ ਜਿਉਂਦੇ ਰਹੇ, ਕੋਈ ਸਬੂਤ ਦੇ ਇਤਿਹਾਸ ਦੇ ਵਿੱਚ ਵੀ ਕਿਸੇ ਸਿੱਖ ਨੇ ਕੋਈ ਕੰਜਰੀਆਂ ਨਚਾਈਆਂ ਹੋਣ ਵਿਆਹ 'ਤੇ। ਹੁਣ ਕੰਜਰੀਆਂ ਨਚਾਈਆਂ ਜਾਂਦੀਆਂ। ਨਾਮ ਲੇਡੀ ਸੰਗੀਤ ਹੈ, ਉੱਥੇ ਲੇਡੇ ਹੁੰਦੇ, ਵਿੱਚ ਲੇਡੀ ਘੱਟ, ਲੇਡੇ ਬਹੁਤੇ ਹੁੰਦੇ ਨੇ, ਫਿਰ ਹੁੰਦੇ ਲੇਡੀ ਸੰਗੀਤ ਨੇ। ਪਹਿਲਾਂ ਮੈਂ ਦੇਖਿਆ ਛੋਟੇ ਹੁੰਦੇ 10-12 ਬੀਬੀਆਂ ਆਂਢ ਗੁਆਂਢ ਦੀ ਇਕੱਠੀਆਂ ਹੁੰਦੀਆਂ ਸਨ, ਉਹਨਾਂ ਸੁਹਾਗ ਦੇ ਗੀਤ ਗਾਉਂਦੀਆਂ ਹੁੰਦੀਆਂ ਸਨ, ਜਿਹਨਾਂ 'ਚ ਸਿੱਖਿਆ ਹੁੰਦੀ ਸੀ ਲੜਕੀ ਲਈ। ਚਲੋ ਕਿਸੇ ਨੂੰ ਘੜਾ ਮੂਧਾ ਕਰਕੇ ਉਹ ਵਜਾ ਲਿਆ, ਕਿਸੇ ਨੂੰ ਜੇ ਢੋਲਕੀ ਆਉਂਦੀ ਸੀ ਉਹ ਕੋਈ ਵਜਾ ਲਈ। ਇਹੋ ਜਿਹੇ ਦੇਸੀ ਜਿਹੇ ਸਾਜ਼ ਹੁੰਦੇ ਸਨ, ਬੀਬੀ ਆਪਸ 'ਚ ਵਜਾ ਕੇ ਘੰਟਾ ਲਾ ਕੇ ਗੀਤ ਗੂਤ ਗਾ ਕੇ ਚਲੋ ਚਲੇ ਜਾਂਦੇ। ਹੁਣ ਕਿੰਨਾ ਖਰਚਾ ਹੁੰਦਾ ਪਹਿਲੇ ਦਿਨ, ਵਿਆਹ ਤੋਂ ਪਹਿਲੇ ਦਿਨ। ਇਹ ਲੇਡੀ ਸੰਗੀਤ ਹੋਣੇ ਜੀ, ਲੱਖਾਂ ਰੁਪਈਏ ਲੱਗਦੇ ਨੇ। ਫਿਰ ਰਿਸੈਪਸ਼ਨ ਹੋਣੀ ਹੈ ਜੀ, ਬਾਕੀ ਕਸਰ ਉੱਥੇ ਕੱਢ ਦਿੰਦੇ ਨੇ। ਫਿਰ ਆਪੇ ਹੀ ਕਰਜ਼ਾਈ ਹੋਣਾ, ਫਿਰ ਕਰਜ਼ੇ। ਹੁਣ ਜਦੋਂ ਮੈਂ 11ਵੀਂ 'ਚ ਇਕਨੋਮਿਕਸ ਲਈ ਤਾਂ ਉਹਦੇ ਪਹਿਲਾਂ ਮੈਂ ਦੇਖਿਆ ਵੀ ਜੇ ਪਹਿਲੀ ਸਿੱਖਿਆ ਦਿੱਤੀ ਗਈ ਸੀ ਉਹ ਇਹ ਦਿੱਤੀ ਗਈ ਸੀ ਇਕਨੋਮਿਕਸ ਦੇ ਵਿੱਚ ਕਿ ਭਾਈ ਪੈਸਾ ਉੱਥੇ ਲਾਓ ਜਿੱਥੇ ਉਸ ਤੋਂ ਤੁਹਾਨੂੰ ਆਮਦਨ ਹੋਵੇ। ਜੇ ਤੁਹਾਨੂੰ ਰਿਟਰਨ ਨਹੀਂ ਹੋ ਰਹੀ, ਤੁਸੀਂ ਪੈਸਾ ਮਤ ਲਓ, ਤੁਸੀਂ ਗਰੀਬ ਹੋ ਜਾਓਗੇ। ਮੰਨ ਲਓ ਮੈਂ ਮੱਝ ਖਰੀਦੀ, ਕਰਜ਼ਾ ਲੈ ਕੇ ਮੱਝ ਖਰੀਦੀ, ਠੀਕ ਹੈ, ਮੈਂ ਦੁੱਧ ਵੇਚਾਂਗਾ, ਕਿਸ਼ਤ ਲਾਹੀ ਜਾਵਾਂਗਾ, ਨਾਲੇ ਆਪ ਘਰ ਦੇ ਜੀ ਵੀ ਦੁੱਧ ਪੀਣਗੇ। ਪਰ ਕਰਜ਼ਾ ਮੱਝ ਲਈ ਲਿਆ, ਮੱਝ ਲਈ ਨਹੀਂ। ਉਹ ਮੁੰਡੇ ਦੇ ਵਿਆਹ 'ਤੇ ਕੁੜੀ ਦੇ ਵਿਆਹ 'ਤੇ ਪੈਸੇ ਲਾਤੇ। ਹੁਣ ਜੇ ਮੱਝ ਦਾ ਕਰਜ਼ਾ ਕਿਵੇਂ ਉਤਰੇਗਾ? ਇਹਨੂੰ ਪੁੱਛੇ ਉਹ ਕਿਵੇਂ ਉਤਰੇਗਾ? ਵੀ ਹੁਣ ਮੱਝ ਖਰੀਦਦਾ ਅਤੇ ਕੋਈ ਆਮਦਨ ਹੁੰਦੀ ਫਿਰ ਤਾਂ ਉਤਾਰਦਾ। ਟਰੈਕਟਰ ਲਈ ਕਰਜ਼ਾ ਲਿਆ। ਮੈਂ ਨਾ ਜਿਹੜਾ ਕਬਾੜੀ ਮਾਰਕੀਟ ਹੈ ਬੜੀ ਵੱਡੀ ਪਟਿਆਲੇ ਦੀ, ਬੜੀ ਵੱਡੀ ਮਾਰਕੀਟ ਨਦੀ ਦੇ ਕੋਲ, ਮੈਂ ਉੱਥੋਂ ਲੰਘ ਰਿਹਾ, ਮੈਂ ਦੇਖਿਆ ਵੀ ਇਹ ਤਾਂ ਮਾਰਕੀਟ ਦਾ ਕਬਾੜੀਆ ਮਾਰਕੀਟ ਹੈ, ਕਬਾੜਾ ਹੈ, ਇੱਥੇ ਨਵੇਂ ਟਰੈਕਟਰ ਖੜ੍ਹੇ ਨੇ। ਮੇਰੇ 'ਚ ਮਨ ਉਤਸੁਕਤਾ ਹੋ ਗਈ ਵੀ ਕਬਾੜੀਆਂ ਦੀ ਦੁਕਾਨ ਦੇ ਨਵੇਂ ਟਰੈਕਟਰਾਂ ਦਾ ਕੀ ਕੰਮ ਹੈ। ਮੈਂ ਚਲਿਆ ਗਿਆ ਦੁਕਾਨ 'ਤੇ, ਗਿਆ, ਮੈਂ ਚਲੇ ਪਤਾ ਤਾਂ ਕਰਾਂ। ਮੈਂ ਜੀ ਨਾਲੇ ਤਾਂ ਇਹਦੇ ਕਬਾੜੀਆ ਮਾਰਕੀਟ ਹੈ,
ਇਹ ਤਾਂ ਇੱਥੇ ਨਵੇਂ ਟਰੈਕਟਰ ਕਿਉਂ ਖੜ੍ਹੇ ਨੇ ਕਿ ਤੁਹਾਨੂੰ ਨਹੀਂ ਪਤਾ? ਮੈਂ ਨਾ ਜੀ, ਮੈਂ ਤਾਂ ਆਇਆ ਪੁੱਛਣ ਵੀ ਤੁਸੀਂ ਨਵੇਂ ਵੀ ਵੇਚਦੇ ਹੋ? ਕਹਿੰਦੇ ਭਰਾਵਾ ਸੁਣ, ਇਹ ਜੱਟ ਨੇ ਆਪਣੀ ਕੁੜੀ ਵਿਆਹਣੀ ਹੁੰਦੀ ਹੈ, ਇਹ ਕਰਜ਼ਾ ਟਰੈਕਟਰ ਲੈ ਲੈਂਦਾ, ਕਰਜ਼ੇ 'ਤੇ ਟਰੈਕਟਰ ਲੈ ਲਿਆ। ਉਦੋਂ ਜਦੋਂ ਮੈਂ ਪੁੱਛਿਆ ਉਦੋਂ 3.5 ਲੱਖ ਦਾ ਟਰੈਕਟਰ ਆਉਂਦਾ ਸੀ। 3.5 ਲੱਖ ਲੈ ਕਰਜ਼ਾ ਟਰੈਕਟਰ ਲੈ ਕੇ ਸਾਨੂੰ ਇੱਥੇ 3 ਲੱਖ ਦਾ ਵੇਚ ਜਾਂਦੇ ਨਗਦ। ਇੱਕੋ ਦਿਨ ਦੀ ਘੰਟੇ ਦੇ ਵਿੱਚ 50,000 ਦਾ ਘਾਟਾ ਖਾ ਕੇ ਸਾਨੂੰ 3 ਲੱਖ ਦਾ ਵੇਚ ਜਾਂਦੇ ਨੇ। ਸਾਡੇ ਤੋਂ 3 ਲੱਖ ਲੈ ਕੁੜੀ ਵਿਆਹ ਦਿੰਦੇ ਨੇ। ਹੁਣ ਕਰਜ਼ਾ ਦੇ ਖੜਾ ਉਹ 3 ਲੱਖ 3.5 ਲੱਖ ਤੋਂ 4 ਲੱਖ 5 ਲੱਖ 6 ਲੱਖ ਹੁਣ ਤਾਂ ਵੱਧ ਜੇ ਨੇ ਕਰਜ਼ੇ ਨੇ, ਉਹ ਉਤਾਰ ਨਹੀਂ ਹੁੰਦਾ। ਫਿਰ ਕਹਿੰਦੇ ਆਤਮ ਹੱਤਿਆ ਕਰੋ ਜੀ, ਗੱਲ ਸਲਾਹ ਹੈ ਕਹਿੰਦੇ। ਫਿਰ ਵੀ ਪਤਾ ਲੱਗੇ ਨਵੇਂ ਟਰੈਕਟਰ ਕਿਉਂ ਖੜੇ ਨੇ ਵੀ ਕਬਾੜੀਆ ਮਾਰੇ ਟੁੱਟਿਆ ਫੁੱਟਿਆ ਮਾਲ ਹੋਣੇ ਜਿਸ ਨਵਾਂ ਹੈਗਾ। ਕਹਿੰਦੇ ਆਹ ਹਾਲ ਹੈ ਜੀ। ਇਸ ਲਈ ਸਿੱਖ ਹੀ ਨਹੀਂ ਰਿਹਾ। ਸਿੱਖ ਤੇ ਦਾਤਾ ਬਣਾਇਆ ਸੀ ਗੁਰੂ ਨੇ, ਇਹ ਮੰਗਤਾ ਹੋ ਗਿਆ ਹੈ। ਇਹ ਤਾਂ ਸ਼ਹੀਦੀਆਂ ਦੇਣ ਲਈ ਬਣਾਇਆ ਸੀ, ਇਹ ਆਪ ਹੀ ਆਤਮ ਹੱਤਿਆ ਕਰ ਰਿਹਾ। ਸ਼ਹੀਦੀ ਕਿਸ ਸੁਆਹ ਦੇਣੀ ਜਿਸਨੇ? ਜਦ ਜੇ ਇੰਨਾ ਹੀ ਹੌਸਲਾ ਡੀ ਕਿ ਮੈਂ ਜਿਉਂਦਾ ਰਹਾਂ, ਮੇਰੇ ਮਗਰ ਪਰਿਵਾਰ ਦਾ ਕੀ ਬਣੇਗਾ? ਕੋਈ ਠੀਕ ਹੈ ਕਰਜ਼ਾ ਕੋਈ ਆਪਾਂ ਇਹਦਾ ਹੱਲ ਲੱਭਦੇ ਹਾਂ। ਸੋ ਇਸ ਲਈ ਕਬੀਰ ਸਾਹਿਬ ਕਹਿੰਦੇ ਮੈਂ ਤਾਂ ਕਹਿੰਦਾ ਕੂਕ ਪੁਕਾਰ ਕਰ ਰਿਹਾ, ਸੁਣਦੇ ਹੀ ਨਹੀਂ ਕਹਿੰਦੇ ਲੋਕ, ਕਰੀਏ ਕੀ? ਹੁਣ ਕਿੰਨੀ ਦੇਰ ਮੇਰੇ ਕੂਕ ਪੁਕਾਰ ਕਰਦੇ, ਸੁਣਨੀ ਮੇਰੇ ਕਿਸੇ ਨੇ? ਇਸ ਕੰਨੋਂ ਸੁਣਨੀ, ਦੂਜੇ ਕੰਨੋਂ ਕੱਢ ਦੇਣੀ ਹੈ, ਉਹੀ ਹਾਲ ਰਹਿਣਾ, ਕੋਈ ਚੇਂਜ ਨਹੀਂ ਆਉਣੀ। ਇਹ ਤਾਂ ਰਿਸ਼ੀ ਮੁਨੀ ਪੀਰ ਪੈਗੰਬਰ ਆ ਕੇ ਚਲੇ ਗਏ। ਇਹ ਸੰਸਾਰ ਉਸੇ ਤਰ੍ਹਾਂ ਦੇ ਉਸੇ ਤਰ੍ਹਾਂ ਘਟੀਆ ਦਾ ਘਟੀਆ ਹੀ ਹੈ। ਥੋੜ੍ਹੇ ਜਿਹੇ ਸਮੇਂ ਲਈ ਵਧੀਆ ਹੁੰਦਾ, ਮਗਰ ਫਿਰ ਉਹ ਜਿਹੀ ਹੀ ਹੈ। ਜਿਨ੍ਹਾਂ 'ਚ ਦਸੇ ਗੁਰੂ ਜਿਉਂਦੇ ਸਨ, ਸਿੱਖਾਂ ਨੂੰ ਡਰ ਸੀ ਪਿੱਛੇ ਤਰ੍ਹਾਂ ਦਾ। ਹੌਲੀ ਹੌਲੀ ਉਹ ਡਰ ਚੱਕ ਗਿਆ ਹੈ, ਹੁਣ ਆਪਣੀ ਮਰਜ਼ੀ ਕਰਦੇ ਨੇ। ਪਹਿਲਾਂ ਜ਼ਰੂਰਤ ਨਹੀਂ ਸੀ ਪੈਂਦੀ ਕਿਸੇ ਸਿੱਖ ਦੀ ਕੋਈ ਗਲਤ ਕੰਮ ਕਰ ਜਾਏ। ਇੱਕ ਵਾਰੀ ਸਿੱਖਾਂ ਅਤੇ ਮੁਸਲਮਾਨ ਦੀ ਹੋ ਪਈ ਲੜਾਈ, ਉਹ ਹਾਰ ਗਏ। ਉਹਨਾਂ ਡੋਲਾ ਲੈ ਕੇ ਜਾ ਰਹੇ ਸਨ, ਨਵੀਂ ਲੜਕੀ ਵਿਆਹ ਕੇ ਲਿਆ ਸਨ। ਉਹ ਜਦੋਂ ਹਾਰ ਗਏ ਉਹ ਲੜਕੀ ਨੂੰ ਛੱਡ ਕੇ ਭੱਜ ਗਏ। ਮੁਸਲਮਾਨ ਭੱਜ ਗਏ, ਲੜਕੀ ਛੱਡ ਕੇ ਉੱਥੇ ਹੀ ਡੋਲੀ 'ਚ। ਸਿੱਖਾਂ ਨੇ ਡੋਲੀ ਚੱਕੀ, ਗੁਰੂ ਗੋਬਿੰਦ ਸਿੰਘ ਮਹਾਰਾਜ ਕੋਲ ਲੈ ਆਏ ਕਿ ਦੱਸੋ ਇਹਦਾ ਕੀ ਕਰਨਾ ਜੀ? ਗੁਰੂ ਮਹਾਰਾਜ ਸਿੱਖਾਂ ਨੇ ਪੁੱਛਿਆ, ਪਰ ਲੜਕੀ ਨੇ ਪੁੱਛਿਆ ਬੇਟਾ ਇਹਨਾਂ ਤੁਹਾਨੂੰ ਸਿੱਖਾਂ ਨੇ ਕੁਛ ਕਿਹਾ ਤਾਂ ਨਹੀਂ? ਕਹਿੰਦੇ ਨਾ ਜੀ, ਇਹ ਤਾਂ ਬੜੇ ਸਤਿਕਾਰ ਨਾਲ ਮੇਰੇ ਸਗੋਂ ਚੁੱਕ ਕੇ ਲੈ ਡੋਲੀ 'ਚ ਉਸੇ ਤਰ੍ਹਾਂ ਹੀ। ਸਿੱਖਾਂ ਨੂੰ ਕਹਿੰਦੇ ਉਹ ਤੂੰ ਸਾਰਾ ਐਡਰੈਸ ਲੈ ਲਿਆ ਲੜਕੀ ਤੋਂ, ਕਿੱਥੋਂ ਦੀ ਤੂੰ ਹੈ? ਕਿ 4 ਸਿੱਖਾਂ ਦੀ ਡਿਊਟੀ ਲਾਈ ਹੈ, ਜੋ ਇਹਦੇ ਘਰ ਪਹੁੰਚਾ ਕੇ ਆਓ ਜਿੱਥੋਂ ਦੀ ਹੈ। ਇਹ ਵੀ ਸੀ, ਇੰਨਾ ਉੱਚਾ ਕਰੈਕਟਰ ਸੀ ਸਿੱਖ ਕੌਮ ਦਾ। ਕਹਿੰਦੇ ਜਿੱਥੋਂ ਲੈ ਕੇ ਉੱਥੇ ਹੀ ਛੱਡ ਕੇ ਆਓ। ਉਹ ਫਿਰ ਕਿਵੇਂ ਅਹਿਸਾਨ ਨੂੰ ਭੁੱਲ ਸਕਦੇ ਨੇ ਉਹ ਲੋਕ? ਹੈ ਅਗਲਾ ਅਹਿਸਾਨ ਹੀ ਨਹੀਂ ਭੁੱਲ ਸਕਦਾ ਵੀ ਸਾਡੀ ਧੀ ਭੈਣ ਦੀ ਕੋਈ ਬੇਇੱਜ਼ਤੀ ਨਹੀਂ ਕੀਤੀ, ਕੋਈ ਬਲਾਤਕਾਰ ਨਹੀਂ ਕੀਤਾ, ਸਗੋਂ ਘਰ ਤੱਕ ਸਹੀ ਸਲਾਮਤ ਛੱਡ ਕੇ ਗਏ ਨੇ। ਉਹ ਵੀ ਵੇਲਾ ਸੀ। ਹੁਣ ਕਿੱਥੇ ਕਿੰਨਾ ਬਦਲ ਗਿਆ ਮਨੁੱਖ। ਅਸੀਂ ਆਪਣੇ ਅਸੂਲ ਛੱਡੀ ਜਾਂਦੇ ਹਾਂ, ਇਸ ਲਈ ਗਿਰਾਵਟ ਵੱਲ ਨੂੰ ਬੰਦਾ ਜਾਈ ਜਾ ਰਿਹਾ ਦਿਨੋਂ ਦਿਨ। ਅੱਗੇ ਕਬੀਰ ਸਾਹਿਬ ਕਹਿੰਦੇ ਕਬੀਰ ਸਤੀ ਪੁਕਾਰੇ ਚੇਹ ਚੜੀ, ਸੁਨ ਹੋ ਵੀਰ ਮਸਾਨ, ਲੋਗ ਸਵਾਇਆ ਚਲ ਗਿਓ, ਹਮ ਤੁਮ ਕਾਮ ਨਿਦਾਨ। ਸਤੀ ਪੁਰਾਣੇ ਜ਼ਮਾਨੇ 'ਚ ਨਾ ਹਿੰਦੂ ਧਰਮ ਦੇ ਵਿੱਚ ਜੇ ਪਤੀ ਮਰ ਜਾਂਦਾ ਸੀ ਤਾਂ ਜਿਹੜੀ ਪਤਨੀ ਸੀ ਉਹ ਸਤੀ ਹੋ ਜਾ ਕਰਦੀ ਸੀ। ਭਾਵ ਜਿਸ ਚਿਖਾ ਦੇ ਵਿੱਚ ਪਤੀ ਸੜ ਰਿਹਾ ਸੀ ਉਸੇ 'ਚ ਛਾਲ ਮਾਰ ਕੇ ਉਹ ਵੀ ਸੜ ਜਾ ਕਰਦੇ ਆਪਣੇ ਪਤੀ ਦੇ ਨਾਲ। ਉਹਨੂੰ ਕਹਿੰਦੇ ਸੀ ਸਤੀ ਹੋਣਾ। ਉਹ ਸਤੀ ਹੋਣਾ। ਲੋਕ ਵੇਖਣ ਆਇਆ ਕਰਦੇ ਸਨ, ਕੋਈ ਤਮਾਸ਼ਬੀਨ, ਕੋਈ ਵੈਸੇ, ਕੋਈ ਸਮਝਾਉਂਦਾ ਨਹੀਂ ਸੀ, ਨਾ ਹੀ ਕੋਈ ਰਿਵਾਜ਼ ਸੀ। ਸਗੋਂ ਜਿਹੜੀ ਸਤੀ ਨਹੀਂ ਸੀ ਹੋਣਾ ਚਾਹੁੰਦੀ, ਲੋਕ ਉਹਨੂੰ ਚੱਕ ਕੇ ਅੱਗ ਸੁੱਟਦੇ ਕਰਦੇ ਸਨ ਕਿ ਤੇਰਾ ਘਰ ਵਾਲਾ ਮਰ ਗਿਆ, ਹੁਣ ਤੂੰ ਜਿਉਂ ਕੇ ਕੀ ਕਰਨਾ। ਸਮੇਂ ਸਮੇਂ ਦੀ ਗੱਲ ਹੁੰਦੀ, ਰਿਵਾਜ਼ ਸਨ ਉਦੋਂ।
ਉਹ ਕਹਿ ਰਹੀ ਹੈ ਹੁਣ ਕਬੀਰ ਸਤੀ ਪੁਕਾਰੇ ਚਿਹ ਚੜੀ। ਚਿਹ ਮਨੇ ਚਿਖਾ, ਜਿਹੜਾ ਆਪਾਂ ਲੱਕੜੀ ਦਾ ਢੇਰ ਲਾ ਲੈਂਦੇ ਹਾਂ, ਜੇ ਉੱਤੇ ਫਿਰ ਡੈਡ ਬੋਡੀ ਰੱਖਦੇ ਆ, ਉਹਨੂੰ ਉਹਨੂੰ ਕੀ ਕਹਿੰਦੇ ਨੇ? ਚਿਖਾ। ਚਿਖਾ 'ਤੇ ਬੈਠੀ ਹੈ ਸਤੀ ਹੋਣ ਲਈ, ਅਤੇ ਕਹਿ ਰਹੀ ਹੈ ਸੁਣੋ ਵੀਰ ਮਸਾਨ, ਹੇ ਮਸਾਣਾ ਚਾਹੇ ਹੋਏ ਵੀਰੋ ਮੇਰੀ ਗੱਲ ਸੁਣੋ। ਮੜੀਆਂ ਨੂੰ ਮਸਾਨ ਵੀ ਕਹਿੰਦੇ ਨੇ, ਸ਼ਮਸ਼ਾਨ ਘਾਟ ਵੀ ਕਹਿੰਦੇ ਨੇ, ਸ਼ਮਸ਼ਾਨ ਭੂਮੀ ਵੀ ਕਹਿੰਦੇ ਨੇ, ਮਸਾਨ ਵੀ ਕਹਿੰਦੇ ਨੇ, ਮੜੀਆਂ ਵੀ ਕਹਿੰਦੇ ਨੇ। ਮੁਸਲਮਾਨ ਜਿਹੜੇ ਉਹ ਕਬਰਾਂ ਕਹਿੰਦੇ ਨੇ ਬਸ, ਕਿਉਂਕਿ ਉਹ ਦੱਬਦੇ ਨੇ, ਸਾੜਦੇ ਨਹੀਂ ਹੈਗੇ। ਕਹਿੰਦੇ ਹੇ ਮਸਾਣਾ ਚਾਹੇ ਵੀਰੋ ਮੇਰੀ ਗੱਲ ਸੁਣੋ, ਲੋਕ ਸਵਾਇਆ ਚੱਲ ਗਏ। ਕਿੰਨੇ ਹੀ ਲੋਕ ਇੱਥੋਂ ਚਲੇ ਗਏ ਨੇ, ਇੱਥੇ ਹੀ ਆ ਕੇ ਸੜ ਕੇ ਗਏ ਨਾ। ਕਿੰਨੇ ਹੀ ਲੋਕ ਮਰ ਕੇ ਇੱਥੋਂ ਚਲੇ ਗਏ ਨੇ। ਹਾਮ ਤੁਮ ਕਾਮ ਨਿਦਾਨ, ਨਿਦਾਨ ਦੇ ਅੰਤ ਨੂੰ ਤੁਹਾਡਾ ਸਾਡਾ ਵਾਹ ਇਹ ਮੜੀਆਂ ਨਾਲ ਹੀ ਪੈਣੇ। ਅੱਜ ਹੁਣ ਤੁਸੀਂ ਤਮਾਸ਼ਾ ਵੇਖਣ ਆਇਆ ਨਾ, ਕਹਿੰਦੇ ਤੁਸੀਂ ਵੀ ਇੱਥੇ ਹੀ ਆਉਣਾ ਇੱਕ ਦਿਨ। ਭਾਵ ਇੱਕ ਦਿਨ ਮਨੁੱਖ ਨੇ ਮਰਨਾ ਹੀ ਮਰਨਾ ਹੈ, ਸਦਾ ਇੱਥੇ ਬੈਠੇ ਨਹੀਂ ਰਹਿਣਾ। ਕਬੀਰ ਮਨ ਪੰਖੀ ਪਇਓ, ਉੱਡ ਉੱਡ ਦਹਿ ਦਿਸ ਜਾਏ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਮਨ ਪੰਛੀ ਦੀ ਤਰ੍ਹਾਂ, ਪੰਖੀ ਪੰਛੀ, ਮਨ ਪੰਛੀ ਦੀ ਤਰ੍ਹਾਂ ਉੱਡ ਉੱਡ ਦਹਿ ਦਿਸ ਜਾਏ। ਜਿਵੇਂ ਪੰਛੀ ਕਦੇ ਕਿਸੇ ਦਿਸ਼ਾ ਨੂੰ ਜਾਂਦੇ, ਕਦੇ ਕਿਸੇ ਦਿਸ਼ਾ, ਦਹਿ ਬਣੇ 10 ਦਿਸ਼ਾਵਾਂ ਮੰਨੀਆਂ ਗਈਆਂ ਹਨ। ਆਮ ਤੇ ਲੋਕਾਂ ਨੂੰ 4 ਦਿਸ਼ਾਵਾਂ ਦਾ ਹੀ ਪਤਾ ਹੈ, ਪੂਰਬ, ਪੱਛਮ, ਉੱਤਰ, ਦੱਖਣ। ਪੜ੍ਹਨ ਵਾਲੇ ਵਿਦਿਆਰਥੀ ਨੂੰ ਪੁੱਛੋ ਕਿੰਨੀਆਂ ਦਿਸ਼ਾਵਾਂ ਹੁੰਦੀਆਂ, ਉਹ ਕਦੇ 4 ਜੀ। ਕਿਹੜੀਆਂ ਕਿਹੜੀਆਂ? ਪੂਰਬ, ਪੱਛਮ, ਉੱਤਰ, ਦੱਖਣ। ਧਰਮ ਕਹਿੰਦਾ 10 ਹੁੰਦੀਆਂ ਨੇ। ਹੁਣ ਦੇਖੋ 10 ਕਿਹੜੀਆਂ ਜੀ? 4 ਤਾਂ ਹੋ ਗਈ, ਸਾਰਿਆਂ ਨੂੰ ਪਤਾ। ਇੱਕ ਉੱਪਰ 5ਵੀਂ, ਇੱਕ ਹੇਠਾਂ 6ਵੀਂ, 6 ਦਿਸ਼ਾਵਾਂ ਹੋ ਗਈਆਂ। ਇਹ ਵੀ ਸਮਝਾਉਣੀ ਆਸਾਨ ਹੈ। ਬਾਕੀ ਰਹਿ ਗਈ 4। ਹੁਣ ਜੇ ਆਪਾਂ ਤੁਸੀਂ ਨਕਸ਼ਾ ਵੇਖੋ ਤਾਂ ਟੀਚਰ ਕਹੇ ਉੱਪਰ ਵਾਲੇ ਪਾਸੇ ਉੱਤਰ ਹੁੰਦਾ ਬਈ, ਸੱਜੇ ਪਾਸੇ ਪੂਰਬ ਹੁੰਦਾ, ਹੇਠਾਂ ਦੱਖਣ ਹੁੰਦਾ, ਖੱਬੇ ਪਾਸੇ ਪੱਛਮ ਹੁੰਦਾ। ਨਕਸ਼ਾ ਲਟਕ ਰਿਹਾ ਕੰਧ 'ਤੇ, ਸੰਸਾਰ ਦਾ ਜਾਂ ਹਿੰਦੁਸਤਾਨ ਦਾ ਜਾਂ ਪੰਜਾਬ ਦਾ, ਏਸ਼ੀਆ ਦਾ, ਯੂਰਪ ਦਾ, ਕੋਈ ਵੀ ਨਕਸ਼ਾ ਹੈ, ਕੰਧ 'ਤੇ ਲਟਕਾਇਆ ਹੋਇਆ ਹੈ। ਉਹਨੂੰ ਵੇਖਣ ਦਾ ਕੀ ਢੰਗ ਹੈ ਕਿ ਉਹਦਾ ਉੱਪਰ ਵਾਲਾ ਪਾਸਾ ਉੱਤਰ ਹੈ, ਸੱਜੇ ਪਾਸੇ ਪੂਰਬ ਹੈ, ਹੇਠਲੇ ਪਾਸੇ ਦੱਖਣ ਹੈ, ਖੱਬੇ ਪਾਸੇ ਪੱਛਮ। ਹੁਣ ਜਦ ਨਕਸ਼ਾ ਆਪਾਂ ਲਟਕਾਵਾਂਗੇ ਤਾਂ ਕੀ ਦੇਖਾਂਗੇ ਵੀ ਬਰਮਾ ਜਿਹੜਾ ਦੇਸ਼ ਆ ਭਾਰਤ ਦੇ ਸੱਜੇ ਪੂਰਬ ਵਾਲੇ ਪਾਸੇ, ਪਾਕਿਸਤਾਨ ਪੱਛਮ ਵਾਲੇ ਪਾਸੇ, ਹਿੰਦੁਸਤਾਨ ਉੱਤਰ ਵਾਲੇ ਪਾਸੇ ਇਹ ਤਿੱਬਤ ਦਾ ਸਾਰਾ ਇਲਾਕਾ ਹੈ, ਦੱਖਣ ਵਾਲੇ ਪਾਸੇ ਆਪਣਾ ਜਿਹੜਾ ਸਮੁੰਦਰ ਲੱਗਦਾ। 4 ਹੁਣ ਉੱਪਰ ਉੱਤਰ ਹੈ, ਸੱਜੇ ਪਾਸੇ ਪੂਰਬ ਹੈ, ਇਹਦੇ ਇੱਕ ਵਿਚਾਲੜਾ ਹਿੱਸਾ, ਇੱਕ ਵਿਚਾਲੜੀ ਦਿਸ਼ਾ, ਇੱਕ ਇਹ ਹੋ ਗਈ। ਇਸ ਤਰ੍ਹਾਂ ਸੱਜੇ ਪਾਸੇ ਪੂਰਬ ਹੈ, ਹੇਠਾਂ ਦੱਖਣ ਹੈ, ਪੂਰਬ ਅਤੇ ਦੱਖਣ ਦਾ ਵਿਚਾਲੜਾ ਹਿੱਸਾ ਇੱਕ ਇਹ ਦਿਸ਼ਾ ਹੋ ਗਈ। ਹੇਠਾਂ ਦੱਖਣ ਹੈ, ਖੱਬੇ ਪਾਸੇ ਪੱਛਮ ਹੈ, ਇਹਨਾਂ ਦੋਨਾਂ ਦੇ ਵਿਚਾਲੇ ਜਿਹੜੀ ਦਿਸ਼ਾ ਹੈ ਇੱਕ ਉਹ ਹੋ ਗਈ। ਇੱਥੇ ਪੱਛਮ ਹੈ, ਉੱਪਰ ਉੱਤਰ ਹੈ, ਇਹ ਵਿਚਾਲੜਾ ਇੱਕ ਇਹ ਦਿਸ਼ਾ ਹੋ ਗਈ। 4 ਇਹ ਹੋ ਗਈਆਂ। 4 ਉਂਝੇ, 4 ਇਹ 8, ਇੱਕ ਹੇਠਾਂ 9, ਇੱਕ ਉੱਪਰ 10। 10 ਦਿਸ਼ਾ ਭਾਵ ਸਾਰੇ ਪਾਸੇ। 10 ਦਿਸ਼ਾਵਾਂ ਦਾ ਮਤਲਬ ਹੈ ਸਾਰੇ ਪਾਸੇ। ਇਹ ਜਿਹੜਾ ਮਨ ਹੈ ਨਾ, ਕਹਿੰਦੇ ਸਾਰੇ ਪਾਸੇ ਨੂੰ, ਜਿਵੇਂ ਪੰਛੀ 10 ਦਿਸ਼ਾਵਾਂ 'ਚ ਉੱਡਦਾ ਹੈ, ਇਹ ਮਨ ਵੀ ਸਾਰੇ ਪਾਸੇ ਨੂੰ ਉੱਡਦਾ, ਇਹ ਟਿਕਦਾ ਨਹੀਂ ਹੈਗਾ। ਮਨ ਇੱਕ ਥਾਂ 'ਤੇ ਨਹੀਂ ਟਿਕਦਾ, ਨਾ ਇੱਕ ਦਿਸ਼ਾ ਵੱਲ ਜਾਂਦਾ ਹੈ। ਅਸੀਂ ਇਹਨੂੰ ਇੱਕੋ ਦਿਸ਼ਾ ਵੱਲ ਤੋਰਨਾ। ਧਰਮ ਕਹਿੰਦਾ ਇਹਨੂੰ ਇੱਕੋ ਦਿਸ਼ਾ ਵੱਲ ਤੋਰਨਾ, ਰੱਬ ਵਾਲੇ ਪਾਸੇ ਨੂੰ ਬਸ। ਇਹ ਤੁਰੇਗਾ, ਉੱਡੇਗਾ ਨਹੀਂ ਉਧਰ ਨੂੰ, ਆਦਤ ਪੈ ਗਈ ਨਾ। ਹੁਣ ਇੱਕ ਬੱਚਾ ਅਵਾਰਾਗਰਦ ਹੋ ਗਿਆ, ਉਹ ਬੜਾ ਔਖਾ ਕੰਟਰੋਲ ਕਰਨਾ ਉਸ ਨੂੰ, ਵੀ ਘਰ ਬੈਠੋ। ਹੁਣ ਤਾਂ ਆਦਤ ਪੈ ਗਈ। ਗਲੀ ਦਾ ਕੁੱਤਾ ਅਵਾਰਾ ਹੈ, ਤੁਸੀਂ ਉਹਨੂੰ ਫੜ ਕੇ ਰੱਸੀ ਪਾ ਲਈ, ਉਹਨੂੰ ਬੰਨ੍ਹਤਾ ਕਿੱਲੇ ਨਾਲ, ਉਹਦਾ ਤਮਾਸ਼ਾ ਵੇਖਣ ਵਾਲਾ ਹੁੰਦਾ।
ਉਹ ਝਟਕੇ ਮਾਰੂਗਾ ਕਿ ਕਿਸੇ ਤਰ੍ਹਾਂ ਰੱਸੀ ਟੁੱਟ ਜੇ। ਕਦੇ ਆਪਣਾ ਸਿਰ ਉਹਦੇ ਵਿੱਚੋਂ ਕੱਢਣ ਦੀ ਕੋਸ਼ਿਸ਼ ਕਰੇਗਾ ਵੀ ਮੇਰਾ ਸਿਰ ਉਹ ਰੱਸੀ ਦੇ ਵਿੱਚੋਂ ਨਿਕਲ ਜੇ। ਕਦੇ ਅੱਗੇ ਜਾਓ, ਕਦੇ ਪਿੱਛੇ ਨੂੰ ਖਿੱਚੇਗਾ, ਕਿੱਲਾ ਪਟਿਆ ਜਾਵੇ। ਕਿਉਂ? ਉਹ ਅਵਾਰਾ ਹੈ। ਹੁਣ ਵੱਜ ਗਿਆ। ਇਹ ਮਨ ਵੀ ਪੰਛੀ ਦੀ ਤਰ੍ਹਾਂ ਅਵਾਰਾ ਹੈ। ਇਹ ਕਦੇ ਕਿਸੇ ਪਾਸੇ ਨੂੰ ਜਾਂਦਾ, ਕਦੇ ਕਿਸੇ ਪਾਸੇ ਨੂੰ ਜਾਂਦਾ। ਹੁਣ ਜੋ ਜੈਸੀ ਸੰਗਤ ਮਿਲੇ। ਹੁਣ ਮਨ ਚਲੇ ਗਿਆ ਕੁਸੰਗਤ ਵੱਲ, ਇਹਨੇ ਕੁਸੰਗੀ ਹੋ ਜਾਣਾ। ਕਿਸੇ ਦਾ ਮਨ ਉੱਡ ਕੇ ਚੱਲ ਗਿਆ ਸਤ ਸੰਗਤ ਵੱਲ, ਉਹਨੇ ਸਤਸੰਗੀ ਹੋ ਜਾਣਾ। ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜਿਹਾ ਕੋਈ ਕਿਸੇ ਦੀ ਸੰਗਤ 'ਚ ਮਿਲ ਗਿਆ, ਉਹੋ ਜਿਹਾ ਨੂੰ ਫਲ ਮਿਲਦਾ ਹੈ। ਸਤ ਸੰਗਤ 'ਚ ਲਿਆ ਗਿਆ ਹੈ, ਸ਼ੁਭ ਗੁਣਾਂ ਦਾ ਫਲ ਮਿਲੇਗਾ। ਹੌਲੀ ਹੌਲੀ ਮਨੁੱਖ ਸ਼ੁਭ ਗੁਣ ਪੈਦਾ ਹੋ ਜਾਣੇ। ਉਹ ਬੁਰਾਈਆਂ ਛੱਡਦਾ ਜਾਏਗਾ ਕਿ ਉਹ ਰੋਜ਼ ਗੁਰੂ ਦੀ ਸਿੱਖਿਆ ਸੁਣਦਾ ਹੈ। ਕਦੇ ਨਾ ਕਦੇ ਦੇ ਮਨ 'ਤੇ ਅਸਰ ਹੋ ਜਾਂਦਾ ਹੈ। ਉਹ ਬੁਰਾਈਆਂ ਛੱਡ ਦਿੰਦਾ ਹੈ ਕਿਉਂਕਿ ਸਤ ਸੰਗ 'ਚ ਆ ਗਿਆ। ਜਿਹੜਾ ਚੰਗਾ ਭਲਾ ਹੈ ਉਹ ਕਸੰਗਤ ਜਾਣ ਲੱਗ ਪਿਆ ਹੈ। ਉਹ ਉੱਥੇ ਸ਼ਰਾਬਾਂ ਪੀਣ ਲੱਗ ਜਾਏਗਾ, ਮੀਟ ਖਾਣ ਲੱਗ ਜਾਏਗਾ, ਉਹਨਾਂ ਨਾਲ ਰਲ ਕੇ ਪਤਾ ਨਹੀਂ ਕੀ ਕੁਛ ਕਰੇਗਾ। ਸੋ ਜਿਹੋ ਜਿਹੀ ਕਿਸੇ ਨੂੰ ਸੰਗਤ ਮਿਲਦੀ ਹੈ, ਬੰਦਾ ਉਹੋ ਜਿਹਾ ਹੀ ਹੋ ਜਾਂਦਾ। ਇਸ ਲਈ ਜਦੋਂ ਮੈਂ ਮਨੋਵਿਗਿਆਨ, ਜਿਹਨੂੰ ਇੰਗਲਿਸ਼ ਸਾਈਕੋਲੋਜੀ ਕਹਿੰਦੇ ਨੇ, ਪੜ੍ਹਦਾ ਸੀ ਤਾਂ ਉਹਦੇ 'ਚ ਆਉਂਦਾ ਸੀ 2 ਸ਼ਬਦ ਇੰਗਲਿਸ਼ ਦੇ, ਇੱਕ ਹੈਰੈਡਿਟੀ, ਇੱਕ ਐਨਵਾਇਰਨਮੈਂਟ। ਹੈਰੈਡਿਟੀ ਦਾ ਮਤਲਬ ਹੈ ਤੁਸੀਂ ਜਨਮ ਵੇਲੇ ਜੋ ਗੁਣ ਔਗਣ ਲੈ ਆਏ ਮਾਂ ਪਿਓ ਤੋਂ, ਉਹ ਹੈਰੈਡਿਟੀ ਤੁਹਾਡੀ, ਉਹ 20% ਹੈ। ਕਹਿੰਦੇ 80% ਤੁਹਾਡੀ ਸੰਗਤ ਜਾਂ ਕੁਸੰਗਤ ਹੈ। ਤੁਸੀਂ ਕੀ ਹੋ? 20% ਤੇ ਉਹ ਹੋ ਜੋ ਜਨਮ ਵੇਲੇ ਤੁਸੀਂ ਗੁਣ ਔਗਣ ਲੈ ਕੇ ਆਏ। 80% ਤੁਸੀਂ ਉਹ ਹੋ ਜੋ ਹੁਣ ਤੁਹਾਨੂੰ ਸੰਗਤ ਮਿਲੀ ਹੈ, ਚੰਗੀ ਕਿ ਮੰਦੀ ਮਿਲ ਗਈ ਹੈ। ਭਾਵ ਇਹ ਸੰਸਾਰ 80% ਸਾਡੇ 'ਤੇ ਅਸਰ ਪਾਉਂਦਾ, 20% ਤੁਸੀਂ ਪਹਿਲਾਂ ਹੀ ਸੀ, ਚੰਗੇ ਸੀ, ਮੰਦੇ ਸੀ, ਜੋ ਵੀ ਸੀ। ਇਸ ਲਈ ਸੰਗਤ ਦਾ ਮਨੁੱਖ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ। ਮੈਂ ਕਈ ਵਾਰੀ ਕਹਿੰਦਾ, ਮਨੁੱਖ ਨੂੰ ਮਨੁੱਖ ਹੀ ਵਿਗਾੜਦਾ ਅਤੇ ਵਿਗੜੇ ਹੋਏ ਮਨੁੱਖ ਨੂੰ ਕੋਈ ਮਨੁੱਖ ਹੀ ਸੁਧਾਰਦਾ। ਤੁਹਾਡੇ 'ਚੋਂ ਜਿਹੜਾ ਕਦੇ ਸ਼ਰਾਬ ਪੀਣ ਲੱਗਾ, ਕਿਸੇ ਬੰਦੇ ਨੇ ਤੁਹਾਨੂੰ ਪੀਣ ਲਾਇਆ, ਕਿਸੇ ਅਖਬਾਰ ਨੇ, ਕਿਸੇ ਰੇਡੀਓ ਨੇ, ਕਿਸੇ TV ਨੇ ਨਹੀਂ ਲਾਇਆ। ਕੋਈ ਬੰਦਾ ਪੀ ਰਿਹਾ ਸੀ, ਉਹ ਤੁਹਾਡੇ ਵਾਲੇ ਦੋਸਤ ਬਣ ਗਿਆ, ਕਹਿੰਦਾ ਜਾ ਘੁੱਟ ਪੀ ਕੇ ਵੇਖ। ਨਾ ਮੈਂ ਨਹੀਂ ਪੀਂਦਾ। ਉਹ ਤੂੰ ਪੀ ਕੇ ਤਾਂ ਦੇਖ। ਨਾ ਮੈਂ ਨਹੀਂ ਪੀਂਦਾ। ਤੂੰ ਪੀ ਕੇ ਦੇਖ। ਨਾ ਤੈਨੂੰ ਆਨੰਦ ਆਇਆ, ਨਾ ਪੀਵੀਂ, ਨਾ ਪੀਵੀਂ। ਤੂੰ ਪੀ ਕੇ ਤਾਂ ਦੇਖ। ਹਰ ਇੱਕ ਨਸ਼ੇ 'ਚ ਆਨੰਦ ਹੈ, ਇਹ 'ਚ ਕੋਈ ਸ਼ੱਕ ਨਹੀਂ। ਪੀਤੀ, ਪੈਗ ਪੀਤਾ, ਆਹਾ, ਸਵਰਗ ਦੇ ਝੂਟੇ ਆਉਂਦੇ ਨੇ। ਅਗਲੇ ਦਿਨ ਪੀਂਦਾ, ਅਗਲੇ ਦਿਨ ਪੀਂਦਾ, ਬਸ ਪੀਣ ਲੱਗ ਗਿਆ, ਪੀਣ ਲੱਗ ਗਿਆ। ਬੰਦੇ ਨੇ ਹੀ ਉਸ ਨੂੰ ਪੀਣ ਲਾਇਆ। ਹੁਣ ਬੰਦਾ ਹੀ ਕੋਈ ਹਟਾਊਗਾ। ਕੋਈ ਸੰਤ ਮਹਾਤਮਾ ਟੱਕਰ ਗਿਆ, ਉਹਨਾਂ ਨੂੰ ਸਮਝਾਇਆ ਵੀ ਤੂੰ ਕਾਕਾ ਭਰਾਵਾ ਆਹ ਕੀ ਕੰਮ ਕਰ ਰਿਹਾ। ਉਹ ਮਹਾਂਪੁਰਖਾਂ ਦੇ ਪ੍ਰਭਾਵ 'ਚ ਆ ਗਿਆ ਹੈ, ਉਹਨੇ ਛੱਡਤੀ। ਸ਼ਰਾਬ ਪੀਣ ਵੀ ਬੰਦੇ ਨਹੀਂ ਲਾਇਆ, ਸ਼ਰਾਬ ਪੀਣ ਤੋਂ ਹਟਾਇਆ ਵੀ ਬੰਦੇ ਨਹੀਂ ਹਟਾਇਆ। ਇਹ ਬੰਦਾ ਹੀ ਦੂਜਿਆਂ ਨੂੰ ਵਿਗਾੜਦਾ, ਬੰਦਾ ਹੀ ਸੁਧਾਰਦਾ। ਇਹ ਤਾਂ ਵੱਡੇ ਭਾਗ ਹੁਣ ਤਾਂ ਸੁਧਰੇ ਹੋਏ ਬੰਦੇ ਟੱਕਰਦੇ ਨੇ। ਜੇ ਬਦਕਿਸਮਤ ਕੁਸੰਗੀ ਟੱਕਰ ਜਾਂਦੇ, ਜ਼ਿੰਦਗੀ ਬਰਬਾਦ ਹੋ ਜਾਂਦੀ ਹੈ। ਇਹ ਕੁਸੰਗਤ ਜ਼ਿੰਦਗੀ ਨੂੰ ਬਰਬਾਦ ਕਰਕੇ ਰੱਖ ਦਿੰਦੇ। ਇਹ ਤਾਂ ਵੱਡੇ ਭਾਗ ਨੇ ਤੁਹਾਡੇ ਜਿਹੜੇ ਇਸ ਵੇਲੇ ਸਤਸੰਗ ਕਰ ਰਹੇ ਹੋ। ਮੈਨੂੰ ਟੈਲੀਫੋਨ ਬਾਹਰੋਂ ਆਉਂਦੇ ਹੀ ਰਹਿੰਦੇ ਨੇ, ਕਹਿੰਦੇ ਬਾਬਾ ਜੀ ਕਈ ਵਾਰ ਸਾਡੇ ਮਨ 'ਚ ਹੁੰਦਾ ਵੀ ਅਸੀਂ ਬਾਬਾ ਜੀ 'ਤੇ ਆਹ ਪ੍ਰਸ਼ਨ ਪੁੱਛੀਏ, ਤੁਹਾਡੇ ਕਥਾ 'ਚ ਹੀ ਸਾਨੂੰ ਉਹਦਾ ਉੱਤਰ ਮਿਲ ਜਾਂਦਾ। ਕਈ ਪ੍ਰਸ਼ਨ ਜੋ ਸਾਡੇ ਮਨ 'ਚ ਪੈਦਾ ਹੁੰਦੇ, ਤੁਹਾਡੀ ਕਥਾ 'ਚ ਸਾਨੂੰ ਉਹਦਾ ਉੱਤਰ ਮਿਲ ਜਾਂਦਾ। ਸਾਨੂੰ ਕਿਤਾਬਾਂ ਪੜ੍ਹਨ ਦੀ ਲੋੜ ਹੀ ਨਹੀਂ ਪੈਂਦੀ। ਕਦੇ ਨਾ ਕਦੇ ਬੰਦੇ 'ਤੇ ਅਸਰ ਹੋ ਜਾਂਦਾ। ਕਈ ਵਾਰੀ ਬੰਦਾ ਸਤੋ ਗੁਣੀ ਹੁੰਦਾ ਹੈ, ਇੱਧਰੋਂ ਕਥਾ ਸੁਣ ਰਿਹਾ ਹੋ। ਜਦੋਂ ਬੰਦਾ ਸਤੋ ਗੁਣੀ ਹੁੰਦਾ ਹੈ, ਉਸ 'ਤੇ ਚੰਗੀ ਗੱਲ ਦਾ ਛੇਤੀ ਅਸਰ ਹੁੰਦਾ। ਉਸ 'ਤੇ ਅਸਰ ਹੋ ਗਿਆ, ਉਹਨੇ ਬੁਰਾਈ ਛੱਡਤੀ, ਕਿਉਂਕਿ ਉਹਦਾ ਮਨ ਗੱਲ ਨੂੰ ਸਵੀਕਾਰ ਕਰਨ ਲਈ ਪਹਿਲਾਂ ਹੀ ਤਿਆਰ ਸੀ।
ਤੇ ਉਹ ਗੱਲ ਕਹੀ ਗਈ ਤੇ ਉਹਨੇ ਮੰਨ ਲਈ, ਮੰਨ ਲਈ। ਇਸ ਲਈ ਸਤ ਸੰਗਤ ਕਰਨੀ ਚਾਹੀਦੀ, ਇਹ ਵੱਡੇ ਭਾਗਾਂ ਦੀ ਨਿਸ਼ਾਨੀ ਹੈ। ਜਿਹੜਾ ਹੁਣ ਸਤ ਸੰਗਤ ਕਰ ਰਿਹਾ ਨਾ, ਇਹਦਾ ਮਤਲਬ ਪਿਛਲੇ ਜਨਮ 'ਚ ਵੀ ਕਰਦਾ ਸੀ। ਪਿਛਲੇ ਜਨਮਾਂ ਦੇ ਸੰਸਕਾਰ ਨਾਲ ਆ ਗਏ। ਤੁਸੀਂ ਕਹੋ ਸੰਸਕਾਰ ਕੀ ਹੁੰਦੇ ਨੇ? ਤੁਸੀਂ ਕਿਸੇ ਕੰਮ ਨੂੰ ਵਾਰੀ ਵਾਰੀ ਕਰੋ, ਉਹਦਾ ਮਨ 'ਤੇ ਇੱਕ ਅਸਰ ਹੋ ਜਾਂਦਾ, ਉਹ ਸੰਸਕਾਰ ਬਣ ਜਾਂਦਾ ਹੈ, ਆਦਤ ਬਣ ਗਈ ਨਾ, ਵਾਰੀ ਵਾਰੀ ਕਰਦੇ। ਜਿਹੜੇ ਕੰਮ ਅਸੀਂ ਪਿਛਲੇ ਜਨਮ 'ਚ ਵਾਰੀ ਵਾਰੀ ਕਰ ਰਹੇ ਹਾਂ, ਉਹ ਸੰਸਕਾਰ ਬਣ ਗਏ, ਉਹ ਨਾਲ ਹੀ ਸਾਡੇ ਆ ਗਏ ਇਸ ਜਨਮ 'ਚ। ਜਿਹੜਾ ਪਿਛਲੇ ਜਨਮ 'ਚ ਪੀਂਦਾ ਸੀ ਨਾ, ਇਸ ਜਨਮ 'ਚ ਵੀ ਪੀਊਗਾ। ਜਿਹੜਾ ਪਿਛਲੇ ਜਨਮ ਨਾਮ ਜਪਦਾ, ਇਸ ਜਨਮ 'ਚ ਵੀ ਨਾਮ ਜਪੇਗਾ, ਉਹ ਜਪੇਗਾ। ਇਸੇ ਲਈ ਹੁਣ ਜਿਹੜਾ ਪ੍ਰੈਜ਼ੈਂਟ ਸਾਡਾ ਹੈ, ਇਸ ਜੀਵਨ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਸਾਡਾ ਪਿਛਲਾ ਜੀਵਨ ਕਿਹੋ ਜਿਹਾ ਸੀ ਅਤੇ ਅਗਲਾ ਕਿਹੋ ਜਿਹਾ ਹੋਵੇਗਾ, ਇਹ ਵੀ ਦੱਸਿਆ ਜਾ ਸਕਦਾ। ਜਿਹੜਾ ਹੁਣ ਭਜਨ ਬੰਦਗੀ ਕਰ ਰਿਹਾ, ਇਹਨੇ ਅਗਲੇ ਜਨਮ 'ਚ ਵੀ ਭਜਨ ਬੰਦਗੀ ਕਰਨੀ। ਜਿਹੜਾ ਹੁਣ ਚੋਰੀਆਂ ਕਰ ਰਿਹਾ, ਅਗਲੇ ਜਨਮ 'ਚ ਚੋਰੀਆਂ ਕਰੂਗਾ। ਪਿੱਛੇ ਵੀ ਕਰਦਾ ਰਿਹਾ, ਪਿੱਛੇ ਚੋਰੀਆਂ ਕਰਦਾ ਰਿਹਾ, ਉਹ ਸੰਸਕਾਰ ਨਾਲ ਆ ਗਏ। ਉਹਨੂੰ ਚਾਹੇ ਗੁਰਦੁਆਰੇ ਮੰਦਿਰ 'ਚ ਵੀ ਨੌਕਰੀ ਦੇ ਦਿਓ, ਉੱਥੇ ਵੀ ਚੋਰੀਆਂ ਕਰੂਗਾ, ਮੌਕਾ ਮਿਲਦੀ ਦੇਰ ਹੈ, ਉੱਥੇ ਚੋਰੀ ਕਰੇਗਾ। ਕਿਉਂ? ਉਹ ਚੋਰੀ ਤਾਂ ਉਹਦੇ ਅੰਦਰ ਹੈ। ਗੁਰਦੁਆਰੇ 'ਚ ਨੌਕਰੀ ਕਰਨ ਜਾਂ ਮੰਦਿਰ 'ਚ ਨੌਕਰੀ ਕਰੇ, ਇਹ ਥੋੜ੍ਹਾ ਚੋਰੀ ਛੱਡ ਦੇਗਾ, ਉਹ ਚੋਰੀ ਤਾਂ ਉਹਦੇ ਅੰਦਰ ਹੈ। ਹੋ ਸਕਦਾ ਇੱਥੇ ਥੋੜ੍ਹੀ ਕਰੇ, ਬਸ ਇੰਨਾ ਹੀ ਫਰਕ ਹੋ ਸਕਦਾ। ਹੁਣ ਦੇ ਮਨੁੱਖ ਤੋਂ ਇਹ ਪਤਾ ਲੱਗਦਾ ਇਹ ਪਿਛਲੇ ਜਨਮ 'ਚ ਕੀ ਸੀ। ਹੁਣ ਚੋਰ ਹੈ, ਇਹਦਾ ਪਿਛਲੇ ਜਨਮ 'ਚ ਚੋਰ ਸੀ। ਹੁਣ ਸ਼ਰਾਬ ਪੀਂਦਾ, ਇਹਦਾ ਪਿਛਲੇ ਜਨਮ 'ਚ ਸ਼ਰਾਬ ਪੀਂਦਾ ਸੀ। ਹੁਣ ਸਤ ਸੰਗਤ ਕਰਦਾ, ਇਹਦਾ ਪਿਛਲੇ ਜਨਮ 'ਚ ਸਤਸੰਗ ਕਰਦਾ ਸੀ। ਹੁਣ ਨਾ ਬਾਣੀ ਨਾਲ ਜੁੜਿਆ ਹੈ, ਇਹਦਾ ਪਿਛਲੇ ਜਨਮ 'ਚ ਬਾਣੀ ਪੜ੍ਹਦਾ, ਨਾਮ ਜਪਦਾ ਸੀ। ਕਿਉਂਕਿ ਹੁਣ ਜਪਦਾ, ਇਸ ਲਈ ਅਗਲੇ ਜਨਮ 'ਚ ਜਪੇਗਾ। ਹੁਣ ਚੋਰੀਆਂ ਕਰਦਾ, ਅਗਲੇ ਜਨਮ 'ਚ ਚੋਰੀਆਂ ਕਰੇਗਾ, ਅਗਲੇ ਜਨਮ ਕਰੇਗਾ। ਹੁਣ ਨਸ਼ੇ ਕਰਦਾ, ਅਗਲੇ ਜਨਮ 'ਚ ਵੀ ਕਰੇਗਾ। ਇਹ ਨਾਲ ਹੀ ਚੱਲਦਾ ਸਭ ਕੁਛ। ਉਹਨੂੰ ਕਹਿੰਦੇ ਕਿਸਮਤ। ਜੋ ਨਾਲ ਸਾਡੇ ਆਇਆ ਨਾ, ਉਹ ਸਾਡੀ ਕਿਸਮਤ ਬਣ ਗਿਆ ਹੈ। ਕਿਸਮਤ ਕੀ ਬਣਦੀ? ਜਿਹੜੇ ਅਸੀਂ ਮਗਰਲੇ ਜਨਮ ਕਰਮ ਕੀਤੇ, ਜਿਹੜੇ ਕਰਮ ਅਸੀਂ ਮਗਰਲੇ ਜਨਮ 'ਚ ਕੀਤੇ, ਚੰਗੇ ਜਾਂ ਮੰਦੇ, ਉਹ ਸਾਡੀ ਕਿਸਮਤ ਬਣ ਗਏ ਨੇ। ਉਹਨੂੰ ਅਸੀਂ ਭੋਗ ਰਹੇ ਹਾਂ, ਨਵੇਂ ਕਰਮ ਕਰ ਰਹੇ ਹਾਂ। ਪਿਛਲੀ ਕਿਸਮਤ ਨੂੰ ਭੋਗ ਰਹੇ ਹਾਂ, ਨਵੀਂ ਕਿਸਮਤ ਬਣਾ ਰਹੇ ਹਾਂ। ਇਹ ਮਨੁੱਖ ਆਪਣੀ ਕਿਸਮਤ ਆਪ ਹੀ ਬਣਾਉਂਦਾ। ਪਰਮਾਤਮਾ ਸਿਰਫ ਲਿਖਦਾ, ਤੁਹਾਡੀ ਮਰਜ਼ੀ ਚੰਗੀ ਬਣਾ ਲਓ, ਤੁਹਾਡੀ ਮਰਜ਼ੀ ਬੰਦੀ ਬਣਾ ਲਓ। ਜੇ ਕਿਤੇ ਸਤਸੰਗ ਨਸੀਬ ਹੋ ਗਈ ਤਾਂ ਕਿਸਮਤ ਚੰਗੀ ਬਣਾ ਲਓਗੇ, ਜੇ ਕੁਸੰਗਤ ਹੋ ਗਈ ਤਾਂ ਹੋਰ ਮੰਦੀ ਬਣਾ ਲਓਗੇ। ਇਸ ਲਈ ਕਹਿੰਦੇ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਫਲ ਖਾਏ। ਜਿਹੋ ਜਿਹੀ ਇਹਨੂੰ ਸੰਗਤ ਮਿਲਦੀ ਹੈ, ਉਹੋ ਜਿਹਾ ਇਹਨੂੰ ਫਲ ਪ੍ਰਾਪਤ ਹੁੰਦਾ ਹੈ। ਸੋ ਕੋਸ਼ਿਸ਼ ਕਰਨੀ ਆਪਾਂ ਨੇ ਆਪਣੇ ਬੱਚਿਆਂ ਨੂੰ, ਜੋ ਅਸੀਂ ਹਾਂ ਆਪਣੇ ਬੱਚਿਆਂ ਨੂੰ ਸਤ ਸੰਗਤ ਦੇ ਵਿੱਚ ਲਿਆਉਣਾ ਹੈ। ਕੋਸ਼ਿਸ਼ ਕਰਨਾ, ਇਹਨਾਂ ਦਾ ਖਿਆਲ ਰੱਖਣਾ, ਕਿਤੇ ਕੁਸੰਗਤ 'ਤੇ ਨਹੀਂ ਜਾਂਦੇ। ਇਹਦੇ ਦੋਸਤ ਜਾਂ ਸਹੇਲੀਆਂ ਕਿਤੇ ਮਾੜੀਆਂ 'ਤੇ ਨਹੀਂ। ਇਹ ਬੜਾ ਖਿਆਲ ਰੱਖਣ ਦਾ ਬੱਚੇ ਦਾ, ਕਿਉਂਕਿ ਇਹ ਮੈਨ ਇਜ਼ ਨੋਨ ਬਾਈ ਦਾ ਕੰਪਨੀ ਹੀ ਕੀਪਸ। ਮਨੁੱਖ ਤੋਂ ਉਹਦੀ ਸੰਗਤ ਤੋਂ ਪਤਾ ਲੱਗਦਾ, ਮਨੁੱਖ ਕਿਹਨਾਂ ਦੀ ਸੰਗਤ ਕਰ ਰਿਹਾ, ਉਹ ਤੋਂ ਪਤਾ ਲੱਗਦਾ ਕਿ ਇਹ ਕਿਹੋ ਜਿਹਾ। ਮੈਂ ਚੋਰਾਂ ਦੀ ਸੰਗਤ ਕਰ ਰਿਹਾ ਤਾਂ ਸਿੱਧਾ ਹਿਸਾਬ ਹੈ, ਜੇ ਚੋਰ ਨਹੀਂ ਹੋਇਆ ਹੋ ਜਾਵਾਂਗਾ, ਕਿਉਂਕਿ ਮੈਂ ਚੋਰਾਂ ਦੀ ਸੰਗਤ ਕਰ ਰਿਹਾ। ਸਾਧੂਆਂ ਦੀ ਕਰ ਰਿਹਾ ਤਾਂ ਜ਼ਰੂਰ ਉਹਨਾਂ ਦਾ ਮੇਰੇ 'ਤੇ ਅਸਰ ਹੋਵੇਗਾ। ਕਦੇ ਨਾ ਕਦੇ ਮੇਰੇ ਮਨ 'ਚ ਮੈਂ ਵੀ ਸਾਧੂ ਬਣ ਜਾ, ਭਜਨ ਬੰਦਗੀ ਕਰਾਂ। ਇਸ ਲਈ ਜਿਹੋ ਜਿਹੀ ਕਿਸੇ ਨੂੰ ਸੰਗਤ ਮਿਲਦੀ ਹੈ, ਉਹੋ ਜਿਹਾ ਬੰਦਾ ਹੋ ਜਾਂਦਾ ਹੈ। ਸਤਿਕਾਰਯੋਗ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।